ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੌ ਹੁਣ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਜੋਧਾ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਜੋ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹਰ ਰੋਜ਼ ਇਤਿਹਾਸ ਦੀ ਲੜੀਵਾਰ ਕਥਾ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਹਨ। ਆਓ ਸਾਰੀਆਂ ਸੰਗਤਾਂ ਇਤਿਹਾਸ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਨਿਠਾਨੀ ਛੰਦ। ਕਾਲੇ ਮੁਖ ਮੀਣਾ ਭਇਓ ਵੱਡ ਦੰਭ ਕਮਾਵੈ। ਵੇਖ ਬਾਕ ਸੁਭ ਮੋਰ ਕੇ ਜੀਵਨ ਚੁਨ ਖਾਵੈ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸੁਭਾਏਮਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਤ ਸੰਗਤ ਜੀ, ਸਰਬੱਤ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਜਿਵੇਂ ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤਾ, ਭਾਈ ਗੁਰਦਾਸ ਸਾਹਿਬ ਜੀ ਬਾਬਾ ਪ੍ਰਿਥੀ ਚੰਦ ਜੀ ਨੂੰ ਲੈਣ ਵਾਸਤੇ ਉਹਨਾਂ ਦੇ ਨਵਾਂ ਜਿਹੜਾ ਪਿੰਡ ਵਸਾਇਆ ਹੈ ਹੇਹਰ ਪਿੰਡ ਗਏ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਤੁਹਾਡੇ ਭਰਾਤਾ ਤੁਹਾਨੂੰ ਕਹਿ ਰਹੇ ਨੇ ਕਿ ਆਓ ਅੰਮ੍ਰਿਤਸਰ 'ਚ ਰਹੋ, ਪਰਿਵਾਰ ਵਿੱਚ ਰਹੋ, ਸੰਗਤਾਂ ਦਾ ਸਤਿਕਾਰ ਪ੍ਰਾਪਤ ਕਰੋ। ਐਵੇਂ ਤੁਹਾਨੂੰ ਕੋਈ ਲੋੜ ਨਹੀਂ ਹੈ ਦਰ ਦਰ ਦੀ ਠੋਕਰ ਖਾਣ ਦੀ, ਤੁਸੀਂ ਗੁਰੂ ਸਪੁੱਤਰ ਹੋ। ਜਦੋਂ ਇਹ ਬੇਨਤੀਆਂ ਕੀਤੀਆਂ ਤਾਂ ਬਾਬਾ ਪ੍ਰਿਥੀ ਚੰਦ ਅੱਗਿਓਂ ਲੋਹਾ ਲਾਖਾ ਹੋ ਗਿਆ। ਕਹਿਣ ਲੱਗਾ ਤੁਸੀਂ ਹੁਣ ਡਰਦੇ ਹੋਏ ਮੈਨੂੰ ਲੈਣ ਵਾਸਤੇ ਆਏ ਹੋ, ਮੈਂ ਹੁਣ ਤੁਹਾਨੂੰ ਸਜ਼ਾ ਦਿਵਾਵਾਂਗਾ, ਆਪਣੇ ਭਰਾ ਨੂੰ ਔਰ ਉਸਦੇ ਪੁੱਤਰ ਨੂੰ ਖਤਮ ਕਰ ਦੇਵਾਂਗਾ। ਅਤੇ ਜਿੰਨਾ ਚਿਰ ਮੈਂ ਇਹ ਕਰ ਨਹੀਂ ਲੈਂਦਾ ਮੈਨੂੰ ਕੋਈ ਸੁੱਖ ਸਕੂਨ ਨਹੀਂ ਹੈ, ਤੁਸੀਂ ਚਲੇ ਜਾਓ। ਗਾਲਾਂ ਤੱਕ ਕੱਢ ਦਿੱਤੀਆਂ ਨੇ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਬਾਬੇ ਪ੍ਰਿਥੀ ਚੰਦ ਹੋਣੀ ਨੂੰ ਕੁਝ ਹੋਰ ਮਨਜ਼ੂਰ ਹੈ, ਤੂੰ ਜਿਹੜੇ ਯਤਨ ਕਰ ਰਿਹਾ ਇਹ ਸਫਲ ਹੋਣ ਵਾਲੇ ਨਹੀਂ। ਜਿਹੜੇ ਤੂੰ ਯਤਨ ਕਰਦਾ ਗੁਰੂ ਬਣਨ ਦੇ ਕੁਝ ਇਹ ਤੇਰੇ ਪੂਰੇ ਨਹੀਂ ਉਤਰਨੇ, ਤੈਨੂੰ ਨਿਰਾਸ਼ਤਾ ਪੈਦਾ ਹੋਵੇਗੀ ਇਹ ਕੰਮ ਕਰਕੇ। ਔਰ ਇੱਥੋਂ ਤੱਕ ਬਚਨ ਕਹਿ ਦਿੱਤੇ ਤੈਨੂੰ ਦੁਖੀ ਹੋਣਾ ਪਵੇਗਾ ਅੰਤ। ਔਰ ਇਹ ਬਚਨ ਕਹਿ ਕੇ ਸਤਿਗੁਰੂ ਦੀ ਮਹਿਮਾ ਗਾਉਂਦੇ ਹੋਏ
ਵਾਪਸ ਅੰਮ੍ਰਿਤਸਰ ਸਾਹਿਬ ਵਿਖੇ ਆ ਰਹੇ ਨੇ ਔਰ ਸਤਿਗੁਰੂ ਦੇ ਦਰਸ਼ਨ ਕੀਤੇ, ਮਹਾਰਾਜ ਦੀ ਪਾਵਨ ਵਡਿਆਈ ਕੀਤੀ। ਔਰ ਉੱਥੇ ਹੀ ਇੱਕ ਮੀਣਿਆਂ ਦੀ ਵਾਰ ਜਿਹੜੀ ਹੈ ਸਾਧ ਸੰਗਤ ਜੀ, ਇਹ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਅੰਦਰ ਵਾਰਾਂ ਅੰਦਰ ਦਰਜ ਹੈ, ਪੂਰੀ ਵਾਰ ਹੈ। ਔਰ ਇਸ ਵਾਰ ਨੂੰ ਤੁਸੀਂ ਆਪ ਖੁਦ ਪੜ੍ਹ ਲੈਣਾ, ਕਿਉਂਕਿ ਇਤਿਹਾਸ ਵਿੱਚ ਇਹ ਪੂਰਾ ਜ਼ਿਕਰ ਨਹੀਂ ਕੀਤਾ, ਕਿਉਂਕਿ ਇਤਿਹਾਸ ਦਾ ਪ੍ਰਸੰਗ ਲੰਬੇਰਾ ਹੋ ਜਾਂਦਾ ਹੈ। ਇਹਦੇ ਵਿੱਚ ਮੀਣਿਆਂ ਦੀ, ਮੀਣੇ ਕਿਹਨਾਂ ਨੂੰ ਕਹਿੰਦੇ, ਅਸੀਂ ਅੰਮ੍ਰਿਤ ਛਕਦੇ ਤੇ ਪੰਜ ਪਿਆਰੇ ਸਾਹਿਬ ਸਾਨੂੰ ਕਹਿੰਦੇ ਨੇ ਮੀਣਿਆਂ ਨਾਲ ਨਹੀਂ ਵਰਤਣਾ, ਰਾਮ ਰਾਈਆਂ ਨਾਲ ਨਹੀਂ ਵਰਤਣਾ, ਗੰਗੂ ਸ਼ਾਹੀਏ ਹੰਧਾਲੀਏ ਇਹਨਾਂ ਨਾਲ ਤੁਸੀਂ ਨਹੀਂ ਵਰਤਣਾ। ਇਹ ਸਾਧ ਸੰਗਤ ਜੀ ਮੀਣੇ ਕੌਣ ਹਨ? ਬਾਬੇ ਪ੍ਰਿਥੀ ਚੰਦ ਦੀ ਜਿਹੜੀ ਅੰਸ-ਬੰਸ ਹੈ ਉਹ ਮੀਣੇ ਹਨ। ਇਹਨਾਂ ਗੁਰੂ ਘਰ ਦੇ ਵਿੱਚ ਮੀਣਾਪਣ ਜਿਹੜਾ ਹੈ, ਚੁੱਪ ਕਰਕੇ ਬੈਠੇ ਰਹਿਣਾ, ਵਿੱਚੇ ਵਿੱਚੇ ਗੁਰੂ ਘਰ ਦਾ ਵਿਰੋਧ ਕਰੀ ਗਏ, ਇਹਨਾਂ ਨੂੰ ਮੀਣੇ ਕਿਹਾ ਜਾਂਦਾ ਹੈ। ਉਹ ਵਾਰ ਭਾਈ ਸਾਹਿਬ ਜੀ ਨੇ ਉਚਾਰਨ ਕੀਤੀ, ਕੇਵਲ ਉਚਾਰੀ ਨਹੀਂ, ਲਿਖ ਕਰਕੇ ਤੇ ਬਾਬੇ ਪ੍ਰਿਥੀ ਚੰਦ ਨੂੰ ਉਹਦੇ ਪਿੰਡ ਵੀ ਵਾਪਸ ਘਲਾ ਦਿੱਤੀ। ਆ ਪੜ੍ਹ ਲੈ, ਤੇਰੀ ਜਿਹੜੀ ਅਵਸਥਾ, ਤੇਰੀ ਕਰਤੂਤ ਹੈ ਉਹ ਇਹ ਹੈ, ਤੂੰ ਗੁਰੂ ਸਾਹਿਬ ਦਾ ਵਿਰੋਧ ਕਰ ਰਿਹਾ ਹੈ। ਆਓ ਪ੍ਰੇਮ ਨਾਲ ਜੋ ਵਾਰਤਾ ਹੋ ਰਹੀ ਹੈ ਪ੍ਰੇਮ ਸਹਿਤ ਸਰਵਣ ਕਰੀਏ ਜੀ। ਕਾਲੇ ਮੁਖ ਮੀਣਾ ਪਿਓ ਵੱਡ ਦੰਭ ਕਮਾਵੈ। ਕਾਲੇ ਮੂੰਹ ਵਾਲਾ ਮੀਣਾ ਭਾਵ ਬਾਬਾ ਪ੍ਰਿਥੀ ਚੰਦ, ਭਾਈ ਗੁਰਦਾਸ ਸਾਹਿਬ ਜੀ ਗੁਰੂ ਘਰ ਦੇ ਪੂਰਨ ਗੁਰਸਿੱਖ ਹਨ। ਉਹ ਇਹ ਗੱਲ ਕਹਿ ਸਕਦੇ ਵੱਡੇ ਥਾਂ ਹਨ, ਭਾਵ ਉਹਨਾਂ ਨੇ ਇਹ ਸਾਰੀ ਹਕੀਕਤ ਲਿਖ ਦਿੱਤੀ। ਗੁਰੂ ਘਰ ਦੇ ਵਿੱਚ ਤੇਰੀ ਖੋਟ ਪੈਦਾ ਹੋ ਗਈ, ਭਾਵ ਤੂੰ ਖੋਟਾ ਹੈ, ਤੂੰ ਮਾੜੇ ਮਨ ਵਾਲਾ ਹੈ ਭਾਈ। ਵੇਖ ਬਾਖਸ ਮੋਰ ਕੇ ਜੀਵਨ ਚੁਨ ਖਾਵੈ। ਜਿਹੜਾ ਮੋਰ ਹੁੰਦਾ ਉਹਦੇ ਜਿਹੜੇ ਖੰਭ ਤੇ ਬੜੇ ਖੂਬਸੂਰਤ ਸੋਹਣੇ ਹੁੰਦੇ ਨੇ, ਆਪ ਸਾਰੇ ਜਾਣਦੇ ਹੋ ਕਿੱਡਾ ਖੂਬਸੂਰਤ ਪੰਛੀ ਲੱਗਦਾ ਹੈ, ਪਰ ਖਾਂਦਾ ਕੀ ਹੈ? ਉਹ ਵੀ ਸੱਪ ਵੀ ਖਾ ਜਾਂਦਾ ਤੇ ਹੋਰ ਜਿਹੜੇ ਜੀਵ ਉਹ ਵੀ ਖਾ ਜਾਂਦਾ ਹੈ। ਬਾਬੇ ਪ੍ਰਿਥੀ ਚੰਦ ਹੈ ਤੂੰ ਗੁਰੂ ਸਪੁੱਤਰ, ਭੇਖ ਪਹਿਰਾਵਾ ਤੇਰਾ ਬੜਾ ਸੋਹਣਾ ਮੋਰ ਵਰਗਾ, ਪਰ ਤੇਰੀ ਖੁਟਿਆਈ ਜਿਹੜੀ ਹੈ ਉਹ ਜਿਵੇਂ ਮੋਰ ਜੀਆਂ ਨੂੰ ਖਾਂਦਾ ਐਵੇਂ ਦੀ ਹੈ। ਗਿਆਨਹੀਨ ਗੁਰ ਬਨਤ ਹੈ ਕੋ ਨਮੋ ਨ ਠਾਨੈ। ਬਿਨਾ ਗਿਆਨ ਤੋਂ, ਬ੍ਰਹਮ ਗਿਆਨ ਤੋਂ ਹੀ ਤੂੰ ਗੁਰੂ ਬਣੀ ਜਾਂਦਾ ਹੈ, ਤੈਨੂੰ ਤੇ ਕੋਈ ਨਮਸਕਾਰ ਵੀ ਨਹੀਂ ਕਰਦਾ। ਖੋਟੀ ਸੰਗਤ ਮੀਣਿਆ ਗੁਰ ਨਿੰਦ ਬਖਾਨੈ। ਇਹ ਮੀਣਿਆਂ ਦੀ ਜਿਹੜੀ ਸੰਗਤ ਹੈ, ਸਭਾ ਹੈ, ਉਹ ਵੀ ਭਾਈ ਸਾਹਿਬ ਕਹਿੰਦੇ ਖੋਟੀ ਹੈ, ਮਾੜੀ ਹੈ, ਦਿਲ ਵਿੱਚ ਖੋਟ ਹੈ, ਗੁਰੂ ਦੀ ਨਿੰਦਿਆ ਕਰਦੀ ਹੈ ਇਹ ਸਭਾ ਜਿਹੜੀ ਹੈ। ਦੁਰਮਤ ਜੀਵਤ ਕਰਤ ਹੈ ਜਬ ਗਹਿ ਜਮ ਮਾਰੇ। ਇਹ ਜਿਉਂਦੇ ਜੀ ਭੈੜੀ ਮੱਤ ਕਰਦੇ ਨੇ, ਇਹਨਾਂ ਨੂੰ ਜਿਹੜੇ ਜੰਮੂਆ ਹੈ ਜੰਮ, ਇਹ ਪਕੜ ਕਰਕੇ ਮਾਰੇਗਾ, ਭਾਵ ਕਿ ਸਜ਼ਾਵਾਂ ਦੇਵੇਗਾ, ਇਹਨਾਂ ਦੀ ਗੁਰੂ ਰੱਖਿਆ ਨਹੀਂ ਕਰੇਗਾ ਐਸੇ ਲੋਕਾਂ ਦੀ। ਕੂੜ ਕੁਪੱਤਾ ਹੋਏ ਗੋ ਦੁਖ ਸਹਿ ਕਰਾਰੇ। ਇਹ ਗੁਰੂ ਘਰ ਦੇ ਦੋਖੀ ਗਦਾਰ ਹਨ, ਇਹ ਝੂਠੇ ਨੇ ਔਰ ਦੁੱਖ ਸਹਿਣਗੇ ਇਹ ਲੋਕ। ਇਤਿਆਤਿਕ ਜਿਸ ਮੈਂ ਕਹਿਓ ਸਭ ਵਾਰ ਸੁਣਾਈ। ਇਹ ਕਰੜੇ ਦੁੱਖ ਇਹਨਾਂ ਨੂੰ ਜਮਦੂਤ ਦੇਣਗੇ। ਇਤਿਆਦਿਕ ਵਾਰ ਦੇ ਵਿੱਚ ਸ਼ਬਦ ਲਿਖੇ ਨੇ ਵਿਸਤਾਰ ਸਹਿਤ, ਇਹਨਾਂ ਨੂੰ ਭਾਈ ਸਾਹਿਬ ਜੀ ਨੇ ਉੱਲੂ ਦੀ ਨਿਆਈ ਲਿਖਿਆ, ਜਿਵੇਂ ਉੱਲੂ ਜਿਹੜਾ ਹੈ ਉਹ ਸੂਰਜ ਤੋਂ ਕਦੇ ਖੁਸ਼ ਨਹੀਂ ਹੁੰਦਾ। ਇਹ ਮੀਣੇ ਗੁਰੂ ਰੂਪੀ ਸੂਰਜ ਤੋਂ ਖੁਸ਼ ਨਹੀਂ ਹਨ, ਔਰ ਇਹਨਾਂ ਨੇ ਪਖੰਡ ਕੀਤਾ ਹੋਇਆ ਹੈ, ਪਖੰਡ ਕਰਕੇ ਗੁਰੂ ਬਣਨਾ ਚਾਹੁੰਦੇ ਨੇ। ਭਾਈ ਸਾਹਿਬ ਨੇ ਇਹ ਵੀ ਉਦਾਹਰਨ ਦਿੱਤੀ, ਜਿਵੇਂ ਗਿੱਦੜ ਲਲਾਰੀ ਦੇ ਮਟਕੇ ਵਿੱਚ ਡਿੱਗ ਪਿਆ, ਉਹਦਾ ਰੰਗ ਉਹਦੇ ਸਰੀਰ ਤੇ ਚੜ੍ਹ ਗਿਆ, ਜੰਗਲ ਵਿੱਚ ਜਾ ਕਰਕੇ ਜੀਵਾਂ ਉੱਪਰ ਉਹ ਰਾਜ ਕਮਾਉਣ ਲੱਗਾ, ਆਪਣਾ ਦਬਦਬਾ ਬਣਾ ਲਿਆ ਕਿ ਮੈਂ ਤਾਂ ਸ਼ੇਰ ਵਾਂ, ਮੈਂ ਤੁਹਾਡਾ ਰਾਜਾ ਹਾਂ। ਪਰ ਜਦੋਂ ਉਹ ਭੌਂਕ ਉੱਠਿਆ, ਆਪਣੀ ਜਿਹੜੇ ਨਾਲ ਦੇ ਗਿੱਦੜ ਸੀ ਸਾਰਿਆਂ ਵਿੱਚ ਉਹਦਾ ਪਾ ਜੁਗੜ ਗਿਆ। ਭਾਈ ਸਾਹਿਬ ਕਹਿੰਦੇ ਮੀਣਿਓ ਤੁਸੀਂ ਵੀ ਐਸੇ ਹੀ ਹੋ, ਗੁਰੂ ਬਣਨ ਦਾ ਤੁਸੀਂ ਪਖੰਡ ਕਰਦੇ, ਪਰ ਗੁਰੂ ਨਹੀਂ ਹੋ। ਗੁਰੂ ਤਾਂ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਨ। ਇਹ ਜਿਹੜੀ ਵਾਰ ਪੂਰੀ ਲਿਖੀ ਪੌੜੀਆਂ ਇਹਦੇ ਵਿੱਚ ਜ਼ਿਕਰ ਕੀਤਾ ਹੈ ਜੀ। ਨਹਿ ਮਾਨੇ ਸ੍ਰੀ ਗੁਰੂ ਜੀ ਸੋ ਦੁਸ਼ਟ ਵਡਾਈ। ਜਿਹੜੇ ਗੁਰੂ ਸਾਹਿਬ ਜੀ ਨੂੰ ਮੰਨਦੇ ਨਹੀਂ ਹਨ, ਜਿਸ ਗੁਰੂ ਨੂੰ ਗੁਰਤਾ ਗੱਦੀ ਗੁਰੂ ਸਾਹਿਬ ਜੀ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਬਖਸ਼ਿਸ਼ ਕੀਤੀ, ਨਹੀਂ ਮੰਨਦੇ, ਤੁਸੀਂ ਖੋਟੇ ਹੋ। ਸਿਕਤਾ ਮੈਂ ਤੇ ਯਤਨ ਕਰ ਤੇਲ ਜੋ ਨਿਕਸਾਵੈ। ਇਹ ਤਾਂ ਇਦਾਂ ਤੁਸੀਂ ਕਰ ਰਹੇ ਹੋ ਕਿ ਰੇਤ ਵਿੱਚੋਂ ਤੇਲ ਕੱਢਣ ਵਾਲੀ ਗੱਲ ਹੈ। ਰੇਤਾ ਵਿੱਚੋਂ
ਮਿੱਟੀ ਵਿੱਚੋਂ ਕਦੇ ਤੇਲ ਨਹੀਂ ਪੈਦਾ ਹੁੰਦਾ ਸਾਧ ਸੰਗਤ ਜੀ। ਉਹਨੂੰ ਕੋਹਲੂ ਵਿੱਚ ਪਾ ਕੇ ਪੀੜੀਏ, ਤੇਲ ਨਹੀਂ ਨਿਕਲਦਾ। ਕਮਟ ਪੀਟ ਪਰ ਭਾਂਤ ਕਿਸ, ਬਹੁ ਬਾਰ ਜਮਾਵੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੇ ਰੇਤਾ ਵਿੱਚੋਂ ਤੇਲ ਨਿਕਲ ਆਵੇ ਤੇ ਕੱਛੂ ਕੋਮੇ ਦੀ ਪਿੱਠ ਉੱਪਰ ਵਾਲ ਉੱਗ ਪੈਣ, ਕਦੀ ਉੱਗ ਸਕਦੇ ਨੇ? ਕਿੱਡੀ ਉਹਦੀ ਜਿਹੜੀ ਪਿੱਠ ਹੈ ਕਠੋਰ ਹੁੰਦੀ ਹੈ, ਸਖਤ ਹਾਰਡ ਹੁੰਦੀ ਹੈ। ਸਿਰ ਪਰ ਰਾਸਬ ਸਸੇ ਕੋ ਉਗਵਾਏ ਵਿਖਾਨਾ। ਤੇ ਖਰਗੋਸ਼ ਦੇ ਸਹਿ ਦੇ ਸਿਰ ਵਿੱਚ ਸਿੰਗ ਉੱਗਣ ਵਾਲੀ ਗੱਲ ਹੋ ਜਾਵੇ, ਭਾਵ ਉਹਦੇ ਸਿਰ 'ਚ ਸਿੰਗ ਉੱਗ ਪੈਣ, ਉੱਗ ਸਕਦੇ? ਕਦੀ ਨਹੀਂ। ਤੋ ਦੁਸ਼ਟਨ ਕੇ ਹਿਰਦੇ ਮੈਂ ਗੁਣ ਕਰੇ ਮਹਾਨਾ। ਜੇ ਉਹਨਾਂ ਦੇ ਇਹ ਗੱਲਾਂ ਜਿਹੜੀਆਂ ਅਣਬਣ ਨੇ ਕਦੀ ਹੋ ਹੀ ਨਹੀਂ ਸਕਦੀਆਂ। ਰੇਤਾ ਵਿੱਚੋਂ ਤੇਲ ਨਹੀਂ ਨਿਕਲ ਸਕਦਾ, ਕੱਛੂ ਕੁੰਮੇ ਦੇ ਪਿੱਠ ਉੱਪਰ ਕਦੀ ਵਾਲ ਨਹੀਂ ਉੱਗ ਸਕਦੇ, ਤੇ ਸਹਿ ਦੇ ਸਿਰ ਵਿੱਚ ਕਦੀ ਸਿੰਗ ਨਹੀਂ ਹੋ ਸਕਦੇ। ਜਿਵੇਂ ਉਹ ਚੀਜ਼ਾਂ ਅਣਬਣ ਨੇ, ਇਸੇ ਤਰ੍ਹਾਂ ਹੀ ਇਹ ਜਿਹੜੇ ਦੁਸ਼ਟ ਮੂੜ ਮੂਰਖ ਲੋਕ ਨੇ, ਇਹਨਾਂ ਦੇ ਮਨਾਂ ਵਿੱਚ ਕਦੀ ਗੁਣ ਪੈਦਾ ਨਹੀਂ ਹੋ ਸਕਦੇ, ਇਹਨਾਂ ਦੇ ਹਿਰਦਿਆਂ ਵਿੱਚ ਕਦੀ ਦਇਆ ਨਹੀਂ ਆ ਸਕਦੀ। ਇਹ ਇਸੇ ਤਰ੍ਹਾਂ ਹੀ ਰਹਿੰਦੇ ਹਨ। ਭਾਈ ਸਾਹਿਬ ਕਹਿੰਦੇ, ਜੇ ਸਰਪਨ ਮਨ ਮਿਰਦੁਲਤਾ ਕਹੂੰ ਹੋ ਜਾਈ। ਜਿਵੇਂ ਸੱਪ ਜਿਹੜਾ ਹੈ ਉਹ ਕਦੀ ਆਪਣਾ ਸੁਭਾਅ ਸਾਧ ਸੰਗਤ ਜੀ ਛੱਡਦਾ ਹੀ ਨਹੀਂ ਹੈ। ਸੱਪ ਜਿਹੜਾ ਹੈ ਉਹਦਾ ਸੁਭਾਅ ਹੈ ਡੰਗ ਮਾਰਨ ਦਾ। ਜਿੰਨਾ ਮਰਜੀ ਭਾਈ ਸਾਹਿਬ ਜੀ ਕਹਿੰਦੇ ਨੇ, ਜਿੰਨਾ ਮਰਜੀ ਸੱਪਾਂ ਨੂੰ ਦੁੱਧ ਪਿਆ ਦਈਏ, ਕਦੀ ਉਹ ਡੰਗ ਮਾਰਨੋਂ ਹਟਦੇ ਨੇ? ਕਦੇ ਨਹੀਂ ਹਟਣਗੇ। ਤੋ ਦੁਸ਼ਟਨ ਕੇ ਸਰਲਤਾ ਔਰ ਮਹਿ ਉਪਜਾਈ। ਔਰ ਇਸੇ ਤਰ੍ਹਾਂ ਜਿਹੜੇ ਦੁਸ਼ਟ ਲੋਕ ਨੇ, ਇਹਨਾਂ ਦੇ ਹਿਰਦਿਆਂ ਵਿੱਚ ਕਦੀ ਸਰਲਤਾ ਨਿਮਰ ਭਾਵ ਪੈਦਾ ਨਹੀਂ ਹੋ ਸਕਦਾ, ਕਦੀ ਇਹਨਾਂ ਦੇ ਹਿਰਦੇ ਸੋਹਣੇ ਸਾਫ਼ ਪਾਕ ਨਹੀਂ ਹੋ ਸਕਦੇ। ਆਵੇ ਬ੍ਰਹਮਾ ਆਪ ਵੀ ਕੁਟਲੰ ਸਮਝਾਵੈ। ਭਾਈ ਸਾਹਿਬ ਕਹਿੰਦੇ, ਇੱਥੋਂ ਤੱਕ ਭਾਵੇਂ ਬ੍ਰਹਮਾ ਆਪ ਆ ਜਾਵੇ ਧਰਤੀ ਤੇ ਆਪਣਾ ਰੂਪ ਲੈ ਕੇ, ਉਹ ਵੀ ਸਮਝਾਵੇ ਸਾਰਿਆਂ ਨੂੰ ਚੰਗੀ ਤਰ੍ਹਾਂ, ਸਖਤੀ ਨਾਲ, ਬੜਾ ਜ਼ੋਰ ਲਾ ਕੇ। ਤੋ ਨਾ ਤਜ ਹੈ ਮੂਢਤਾ ਨੈ ਗੁਣ ਮਨ ਲਿਆਵੈ। ਤਾਂ ਵੀ ਇਹ ਮੂਰਖ, ਇਹ ਮੂੜ ਪਾਪੀ ਲੋਕ ਮੀਣੇ ਆਪਣੀ ਮੂਰਖਤਾ ਹੀ ਨਹੀਂ ਛੱਡਦੇ, ਗੁਣ ਪੈਦਾ ਨਹੀਂ ਕਰ ਸਕਦੇ ਮਨ ਅੰਦਰ। ਮੈਂ ਬਹੁ ਬਾਰੀ ਬਿਨੇ ਕਰ ਬੰਦੇ ਜੁਗ ਪਾਨਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੂੰ ਕਹਿ ਰਹੇ, ਮਹਾਰਾਜ ਮੈਂ ਤਾਂ ਵਾਰ-ਵਾਰ ਜਿਹੜੇ ਨੇ ਹੱਥ ਜੋੜੇ ਹਨ। ਕਰੋ ਮੇਲ ਤਜ ਬੈਰ ਕੋ ਇੱਕ ਕਹੋ ਨਾ ਮਾਨਾ। ਮਹਾਰਾਜ ਮੈਂ ਤੇ ਕਿਹਾ ਵੈਰ ਭਾਵ ਛੱਡ ਦੇ ਬਾਬਾ, ਔਰ ਸਤਿਗੁਰੂ ਨਾਲ ਮਿਲ ਜਾ। ਉਹਨੇ ਇੱਕ ਗੱਲ ਵੀ ਨਹੀਂ ਮੰਨੀ। ਉਲਟੋ ਗਾਰ ਨਿਕਾਰ ਤੋ ਬਹੁ ਕੈਸ ਕਠੋਰਾ। ਸਗੋਂ ਅੱਗਿਓਂ ਮੈਨੂੰ ਉਲਟਾ ਗਾਲਾਂ ਕੱਢਣ ਲੱਗ ਪਿਆ ਉਹ, ਔਰ ਗਾਲਾਂ ਕੱਢਦਾ ਤੇ ਮਾੜੇ ਚੰਗੇ ਬੋਲ ਬੋਲਦਾ, ਕਠੋਰ ਮਾੜੇ। ਅਤ ਅਜੋਗ ਬੋਲਤ ਭਇਓ ਤਪ ਤਿਓ ਨਹਿ ਥੋਰਾ। ਔਰ ਫਿਰ ਬਹੁਤੀ ਜ਼ਿਆਦੀ ਅਜੋਗ ਗੱਲ, ਮਾੜੀ ਗੱਲ ਕੀ ਹੋਈ, ਗੁੱਸੇ ਵਿੱਚ ਆ ਕੇ ਤਪਸ਼ ਦੇ ਵਿੱਚ ਤਪਿਆ, ਬਹੁਤਾ ਭਾਵ ਬਹੁਤਾ ਕ੍ਰੋਧ ਵਿੱਚ ਆਇਆ, ਉਹ ਹਟਿਆ ਨਹੀਂ ਹੈ। ਸ਼ਾਮ ਦਾਮ ਕੀ ਰੀਤ ਸਭ ਕਹਿ ਬਹੁਤ ਸੁਣਾਈ। ਮੈਂ ਬੜਾ ਉਸ ਨੂੰ ਪਿਆਰ ਪ੍ਰੇਮ ਨਾਲ ਆਖਿਆ ਕਿ ਅਸੀਂ ਤੁਹਾਡੇ ਹੀ ਆ, ਗੁਰੂ ਸਾਹਿਬ ਤੁਹਾਡੇ ਭਰਾ ਹਨ, ਅਸੀਂ ਤੁਹਾਡੇ ਦੁਸ਼ਮਣ ਨਹੀਂ ਹਾਂ, ਪਰ ਉਹ ਨਹੀਂ ਮੰਨਦਾ ਮਹਾਰਾਜ। ਏਕ ਨਾ ਮਾਨੀ ਭਲੀ ਕਰ ਠਾਨੀ ਕੁਟਲਾਈ। ਇੱਕ ਵੀ ਚੰਗੀ ਗੱਲ ਜਿਹੜੀ ਹੈ ਉਹ ਸਿਰ ਮੱਥੇ ਨਹੀਂ ਮੰਨੀ, ਸਗੋਂ ਅੱਗਿਓਂ ਮੂਰਖਤਾ ਕਰਕੇ ਸਖਤ ਸੁਭਾਅ ਜਿਹੜਾ ਹੈ ਆਪਣਾ, ਢੀਠਤਾ ਵਾਲਾ, ਕ੍ਰੋਧ ਵਾਲਾ, ਇਹੋ ਹੀ ਅੱਗੇ ਸੁਣਾਈ ਗਿਆ ਆਪਣੀ ਗੱਲ ਹੀ। ਇੱਕ ਸਮ ਬਸੁੱਧਾ ਸੁਭ ਏਕ, ਇੱਕ ਸਮ ਬਸੁੱਧਾ ਸਭ ਕਰੈ ਮੁਦਰਤਾ ਬਹੁ ਭਾਂਤੀ। ਮਹਾਰਾਜ ਜੇ ਧਰਤੀ ਨੂੰ ਇੱਕ ਬਰਾਬਰ ਕਰ ਦਿੱਤਾ ਜਾਵੇ, ਧਰਤੀ ਵਾਹੀ ਹੋਵੇ, ਲੈਵਲ ਕੀਤੀ ਹੋਵੇ, ਐ ਪੋਲੀ ਕੀਤੀ ਹੋਵੇ। ਬਕਰ ਚਲੇ ਪਨੰਗ ਤਹਾਂ ਇਮ ਕੁਟਲਨ ਬਾਤੀ। ਤੇ ਜਿਹੜਾ ਸੱਪ ਹੈ ਉਹ ਕਦੀ ਵੀ ਸਾਫ਼ ਪੱਧਰੀ ਇੱਕ ਸਮ ਧਰਤੀ ਦੇ ਉੱਪਰ ਬਰਾਬਰ ਦੇ ਉੱਪਰ ਵੀ ਉਹ ਸਿੱਧਾ ਨਹੀਂ ਚੱਲਦਾ। ਉਹਦੀ ਆਦਤ ਹੈ, ਉਹਨੇ ਉੱਥੇ ਵੀ ਟੇਢਾ ਹੋ ਕੇ ਵਲ ਖਾ ਕੇ ਚੱਲਣਾ, ਕਦੀ ਇੱਧਰ ਤੇ ਕਦੀ ਇਸ ਪਾਸੇ ਨੂੰ ਘਸੀਟਦਾ ਹੋਇਆ ਜਾਂਦਾ ਹੈ, ਰੇਂਗਦਾ ਹੋਇਆ, ਉਹਦਾ ਉਹ ਸੁਭਾਅ ਹੈ ਜੀ। ਸੁਨੋ ਗੁਰੂ ਜੀ ਵਾਰ ਇਹ ਲਿਖਤਾ ਪਠਾਈ। ਮਹਾਰਾਜ ਸਾਹਿਬ ਜੀ ਮੈਂ ਇਹ ਹਿਸਾਬ ਜਾਣਿਆ, ਇਹ ਲੋਕ ਆਪਣੀ ਢੀਠਤਾ ਹੀ ਨਹੀਂ ਛੱਡ ਸਕਦੇ।
ਮਹਾਰਾਜ ਮੈਂ ਇਹ ਜਿਹੜੀ ਵਾਰ ਹੈ ਲਿਖ ਕਰਕੇ ਉੱਥੇ ਭੇਜ ਦਿੱਤੀ ਹੈ। ਨਿਜ ਔਗਣ ਨਹਿ ਪਰਖ ਹੈ ਬੋਏ ਬੁਰੀ ਅਲਾਈ। ਸੋ ਮੈਨੂੰ ਬੁਰਾ ਮਾੜਾ ਕਹਿਣਾ ਕੀਤਾ, ਪਰ ਆਪਣੇ ਜਿਹੜੇ ਔਗਣ ਨੇ ਬਾਬੇ ਪ੍ਰਿਥੀ ਚੰਦ ਦੇ ਉਹ ਤਾਂ ਜਾਣੇ ਹੀ ਨਹੀਂ ਹਨ। ਇਹ ਹਰ ਇੱਕ ਮਨੁੱਖ ਦਾ ਸੁਭਾਅ ਹੈ, ਆਪਣੇ ਔਗਣ ਸਾਰੇ ਪੜਦਾ ਪਾਉਂਦੇ ਨੇ, ਮੈਂ ਚੰਗਾ ਦੂਜੇ ਮਾੜੇ ਹਨ। ਆਪਣੇ ਵਿੱਚ ਕਿੰਨੇ ਔਗਣ ਇਹ ਵੀ ਨਾਲ ਦੀ ਨਾਲ ਜਾਣਨੇ ਚਾਹੀਦੇ ਨੇ। ਪੜ ਕੇ ਜਾਣੇ ਗੋਪਲੇ ਜੇ ਦੋਸ ਉਚਾਰੇ। ਮਹਾਰਾਜ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਤਿਗੁਰੂ ਜੀ ਨੂੰ, ਮਹਾਰਾਜ ਉਵੇਂ ਤੇ ਉਹਨੂੰ ਪਤਾ ਨਹੀਂ ਲੱਗਦਾ ਮੇਰੇ ਵਿੱਚ ਕਿੰਨੇ ਔਗਣ ਨੇ, ਕਿੰਨੀ ਮੈਂ ਗਲਤ ਜਾ ਰਿਹਾ ਕਿਸ ਪਾਸੇ, ਤੇ ਮੈਂ ਲਿਖ ਕੇ ਭੇਜ ਦਿੱਤੀ ਹੈ ਵਾਰ ਵੀ ਨਾਲੇ ਪੜ੍ਹਦਾ ਜਾਵੇਗਾ, ਨਾਲੇ ਆਪਣੇ ਵਿੱਚ ਔਗਣ ਜਿਹੜੇ ਹੈ ਨਾ ਉਹ ਵੇਖਦਾ ਜਾਵੇ। ਇਹੀ ਭੇਟ ਤੈ ਜੋਗ ਥੀ ਮੈਂ ਪਠੀ ਵਿਚਾਰੇ। ਮਹਾਰਾਜ ਇਹੀ ਉਹਦੀ ਭੇਟਾ ਸੀ ਜੋਗ, ਇਹਨੂੰ ਇਹੋ ਹੀ ਭੇਟਾ ਦੇਣੀ ਬਣਦੀ। ਮੈਂ ਉਹ ਭੇਜ ਦਿੱਤੀ ਲਿਖ ਕੇ ਵਾਰ ਚਿੱਠੀ ਰੂਪ ਵਿੱਚ। ਸੁਣ ਸ੍ਰੀ ਗੁਰੂ ਅਰਜਨ ਕਹਿਓ ਕੁਟਲ ਜੋ ਮਤ ਨੀਚਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਾਈ ਗੁਰਦਾਸ ਜੀ ਨੂੰ, ਜਿਹੜੀ ਇਹ ਨੀਚ ਮਤ ਹੁੰਦੀ ਹੈ, ਕਠੋਰ ਮਤ, ਅਗਰ ਤਿਨਹੋਂ ਕੇ ਨਿਮਨ ਜੋ ਹੋਏ ਦੋਸਨ ਸੀਚਾ। ਸੋ ਜਿਹੜਾ ਉਹਨਾਂ ਦੇ ਅੱਗੇ ਨਿਵਦਾ ਹੈ ਨਾ, ਜਿਹੜਾ ਕਠੋਰ ਹਿਰਦੇ ਵਾਲਾ ਬੰਦਾ ਮੂਰਖ ਹੈ, ਜਿਹੜਾ ਉਹਨਾਂ ਦੇ ਅੱਗੇ ਨਿਵੇ ਭਾਵ ਉਹਨਾਂ ਨੂੰ ਝੁਕੇ, ਉਹਨੂੰ ਹੀ ਉਹ ਮਾੜਾ ਸਮਝਦੇ ਹਨ। ਦੁਖਦ ਬਰੋ ਤੈ ਜਾਣੀਏ ਅਬ ਲੋ ਪਤ ਆਈ। ਮਹਾਰਾਜ ਨੇ ਉਦਾਹਰਨ ਦਿੱਤੀ, ਉਹਨਾਂ ਅੱਗੇ ਨਿਵਣਾ ਇਸ ਤਰ੍ਹਾਂ ਹੈ, ਜਿਹੜੇ ਬੰਦੇ ਵਿੱਚ ਦੋਸ਼ ਔਗਣ ਨੇ ਉਹਦੇ ਦੋਸ਼ਾਂ ਨੂੰ ਹੋਰ ਪ੍ਰਫੁੱਲਤ ਕਰਨ ਦੇ ਤਰ੍ਹਾਂ ਹੈ। ਜਿਵੇਂ ਕਿਸੇ ਦੀ ਖੇਤੀ ਨੂੰ ਪਾਣੀ ਦਈਏ ਤੇ ਉਹ ਹੋਰ ਵੱਧਦੀ ਫੁੱਲਦੀ ਹੈ। ਕਿਸੇ ਮਾੜੇ ਬੰਦੇ ਅੱਗੇ, ਦੋਸ਼ੀ ਅੱਗੇ ਝੁਕੀਏ, ਉਹਦੇ ਦੋਸ਼ ਘਟਦੇ ਨਹੀਂ, ਉਹ ਸਮਝਦਾਰ ਨਹੀਂ ਹੁੰਦਾ, ਉਹਦੇ ਹੋਰ ਜਿਹੜੇ ਔਗਣ ਨੇ ਉਹ ਵੱਡੇ ਹੋ ਜਾਂਦੇ ਨੇ। ਉਹ ਸਮਝਦਾ ਮੈਂ ਚੰਗਾ ਹਾਂ, ਇਹ ਝੂਠਾ ਹੈ, ਇਹ ਮਾੜਾ ਹੈ। ਮਹਾਰਾਜ ਕਹਿੰਦੇ ਇਹ ਹਾਲਤ ਹੈ ਇਹਨਾਂ ਲੋਕਾਂ ਦੀ। ਇਸ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਹਨ, ਭਲੀ ਬਾਤ ਨ ਹੋਏ ਹੈ ਦੇਵ ਤਿਬ ਬੁਰਿਆਈ। ਮਹਾਰਾਜ ਕਹਿੰਦੇ ਦੁਖਦ ਬੁਰੋ ਤੇ ਜਾਨੀਏ ਅਬ ਲਿਹੋ ਪਤਿਆਈ। ਇਹ ਜਿਹੜਾ ਤੂੰ ਭਾਈ ਗੁਰਦਾਸ ਪਰਖ ਲੈਣਾ, ਭਾਵ ਇਹ ਗੱਲ ਨੂੰ ਤੁਸੀਂ ਅਜ਼ਮਾ ਲੈਣਾ, ਉਹਨੂੰ ਆਉਣ ਵਾਲਾ ਸਮਾਂ ਹੁਣ ਉਹਦਾ ਔਖਾ ਹੋਵੇਗਾ। ਭਾਵ ਆਉਣ ਵਾਲੇ ਟਾਈਮ ਵਿੱਚ ਦੁੱਖ ਜਿਹੜਾ ਹੈ, ਇਹ ਵੈਰ ਜਿਹੜਾ ਹੈ ਗੁਰੂ ਘਰ ਵਿੱਚ ਪਵੇਗਾ। ਔਰ ਮਹਾਰਾਜ ਨੇ ਕਿਹਾ ਇਹ ਗੱਲ ਠੀਕ ਨਹੀਂ ਹੈ, ਚੰਗੀ ਨਹੀਂ ਹੈ, ਕਿਉਂਕਿ ਹੈ ਜਿਹੜੀ ਇਹਦੀ ਦੇਵ ਨੇ ਤੇ ਇਹੋ ਹੀ ਮਾੜੀ, ਭਾਵ ਇਹਦੀ ਜਿਹੜੀ ਹੋਣੀ ਹੈ ਨਾ ਉਹੋ ਹੀ ਚੰਗੀ ਨਹੀਂ ਹੈ। ਨਿਜ ਪਦ ਕੋ ਸੁਧ ਜਾਨ ਕੇ ਕਰ ਹਿਤ ਹਕਾਰਾ। ਮੈਂ ਤਾਂ ਆਪਣੇ ਪਿਤਾ ਦਾ, ਸਤਿਗੁਰੂ ਦਾ ਪੁੱਤਰ ਜਾਣ ਕਰਕੇ, ਆਪਣੇ ਕੋਲ ਭਰਾ ਜਾਣ ਕਰਕੇ ਬੁਲਾਇਆ, ਇਹ ਸਾਡੇ ਵਾਸਤੇ ਸਤਿਕਾਰਯੋਗ ਹੈ। ਦਰਪਤ ਮੁਝ ਤੇ ਦੋਸ ਦੈ ਅਹੰਕਾਰ ਅਫਾਰਾ। ਪਰ ਬਹੁਤ ਜ਼ਿਆਦਾ ਹੰਕਾਰ ਹੈ ਮਨ ਦੇ ਵਿੱਚ, ਬਹੁਤ ਜ਼ਿਆਦਾ ਕ੍ਰੋਧ ਭਰਿਆ ਹੋਇਆ ਹੈ, ਤੇ ਇਸ ਕ੍ਰੋਧ ਦਾ ਅਫਾਰਾ ਚੜ੍ਹਿਆ ਹੋਇਆ ਇਹਦੇ ਅੰਦਰ ਮਨ ਨੂੰ। ਅਬ ਨਹਿ ਕਛੂ ਕਹੀ ਜੀਏ ਸੋ ਕਰੋ ਪੁਕਾਰਾ। ਸੋ ਹੁਣ ਕੋਈ ਲੋੜ ਨਹੀਂ ਹੈ ਕੁਝ ਕਰਨ ਦੀ, ਜਿੱਥੇ ਪੁਕਾਰਾਂ ਕਰਦਾ ਹੈ ਬਾਬਾ ਕਰੀ ਜਾਣ ਦੋ। ਭਾਵ ਹੁਣ ਤੇ ਇਹਦੀ ਹੋਣੀ ਇੱਦਾਂ, ਆਪਾਂ ਜੋ ਕਰਨਾ ਸੀ ਕਰ ਦਿੱਤਾ, ਆਪਣਾ ਡਿਊਟੀ ਸੀ ਉਹਨੂੰ ਲਿਆਉਣਾ ਘਰੇ, ਮਨਾਉਣਾ, ਨਹੀਂ ਮੰਨਿਆ, ਹੁਣ ਉਹਦੀ ਮਰਜ਼ੀ ਏ। ਸ੍ਰੀ ਗੁਰੂ ਨਾਨਕ ਜੋ ਕਰਹਿ ਸੋਈ ਹੋਏ ਕਾਰਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਕਰਨਗੇ, ਜੋ ਸਤਿਗੁਰੂ ਨੂੰ ਭਾਵੇਗਾ, ਉਹੀ ਕਾਰਜਕਾਰਾ ਹੋਵੇਗਾ ਆਉਣ ਵਾਲੇ ਸਮੇਂ ਵਿੱਚ। ਤੁਰਕਨ ਆਗੇ ਦੀਨ ਬਨ ਬਿਨਤੀ ਨਿਤ ਠਾਨੈ। ਤੁਰਕਾਂ ਦੇ ਅੱਗੇ ਦੀਨ ਬਣ ਕੇ, ਗਰੀਬੜਾ ਬਣ ਕੇ ਬੇਨਤੀਆਂ ਕਰੇਗਾ, ਰੋਜ਼ ਕਰਦਾ ਵੀ ਹੈ। ਵੱਡੀਆਂ ਕੀ ਬੜਤਾ ਜੋ ਥੀ ਨਹਿਰ ਦੇ ਪਛਾਨੈ। ਇਹਨੇ ਵੱਡਿਆਂ ਦੀ ਜੋ ਵਡਿਆਈ ਹੈ ਨਾ, ਸੱਚੇ ਪਾਤਸ਼ਾਹ ਜੀ ਦੇ ਘਰ ਦੀ, ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਸਾਹਿਬ ਤੇ ਧੰਨ ਗੁਰੂ ਰਾਮਦਾਸ ਸਾਹਿਬ ਦੀ, ਉਹ ਨਹੀਂ ਸੋਚੀ ਇਸਨੇ। ਮਹਾਰਾਜ ਕਦੇ ਝੁਕੇ ਨਹੀਂ ਹਨ ਸਾਧ ਸੰਗਤ ਜੀ। ਬਾਬਰ ਦੀ ਕੈਦ ਵਿੱਚ ਸਤਿਗੁਰੂ ਗਏ ਤੇ ਬਾਬਰ ਨੂੰ ਮਹਾਰਾਜ ਨੇ ਜਾਬਰ ਆਪਣੇ ਮੁਖ ਤੋਂ ਕਿਹਾ, ਡਰੇ ਨਹੀਂ ਮਹਾਰਾਜ। ਔਰ ਬਾਬਰ ਦਾ ਪੁੱਤਰ ਹਮਾਯੂ ਜਿਹੜਾ ਸੀ, ਉਹ ਖਡੂਰ ਸਾਹਿਬ ਦੀ ਧਰਤੀ ਤੇ ਇੱਕ ਵਾਰੀ ਆਇਆ ਜਦੋਂ ਹਾਰ ਗਿਆ ਸ਼ੇਰ ਸ਼ਾਹ ਸੂਰੀ ਦੇ ਕੋਲੋਂ। ਮਹਾਰਾਜ ਆਪਣੀ ਲੀਲਾ ਦੇ ਵਿੱਚ, ਆਪਣੇ ਕੌਤਕਾਂ ਦੇ ਵਿੱਚ ਸਤਿਗੁਰੂ ਜੀ ਵਿਅਸਤ ਹਨ। ਮਹਾਰਾਜ ਕਿਸੇ ਦੀ ਕਾਣ ਨਹੀਂ ਸਾਧ ਸੰਗਤ ਜੀ ਮੰਨਦੇ। ਬੱਚਿਆਂ ਨੂੰ ਪੜ੍ਹਾ ਰਹੇ ਸਨ, ਸ਼ਾਮ ਦਾ ਵੇਲਾ ਸੀ, ਤੇ ਨਾਲ ਮਹਾਰਾਜ ਸਾਹਿਬ ਜੀ ਮੱਲ ਅਖਾੜੇ
ਜ਼ੋਰ ਕਰਵਾ ਰਹੇ ਸਨ, ਪਹਿਲਵਾਨਾਂ ਦੀ ਮਿਹਨਤ ਲਗਵਾ ਰਹੇ ਸਨ। ਜਦੋਂ ਦੇਖਿਆ ਹਮਾਯੂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮੇਰੇ ਵੱਲ ਵੇਖਿਆ ਤੱਕ ਨਹੀਂ ਹੈ, ਤੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ, ਅੱਧੀ ਕੁ ਤਲਵਾਰ ਜਿਹੜੀ ਆ ਮਿਆਨ ਵਿੱਚੋਂ ਕੱਢੀ ਹੈ। ਮਹਾਰਾਜ ਨੇ ਕਿਹਾ, ਹਮਾਯੂ ਜਿੱਥੇ ਤਲਵਾਰ ਚਲਾਉਣ ਦਾ ਤੇਰਾ ਹੱਕ ਬਣਦਾ ਸੀ, ਉੱਥੋਂ ਤੇ ਦੌੜ ਕੇ ਭੱਜ ਕੇ ਆ ਗਿਆ ਹੈ। ਮਹਾਰਾਜ ਦੇ ਚਰਨਾਂ ਤੇ ਪੈ ਗਿਆ, ਸੱਚੇ ਪਾਤਸ਼ਾਹ ਤੁਸੀਂ ਜਾਣੀ ਜਾਣ ਹੋ। ਤੀਸਰੇ ਪਾਤਸ਼ਾਹ ਮਹਾਰਾਜ ਨੇ, ਅਕਬਰ ਬਾਦਸ਼ਾਹ ਆਇਆ, ਸਤਿਗੁਰੂ ਤੋਂ ਡਰੇ ਨਹੀਂ ਕਿ ਵੱਡਾ ਬਾਦਸ਼ਾਹ ਹੈ। ਪਹਿਲਾਂ ਹੁਕਮ ਕੀਤਾ, ਜਾ ਕੇ ਪੰਗਤ ਵਿੱਚ ਬੈਠ, ਪਹਿਲਾਂ ਜਿੱਥੇ ਮੇਰੇ ਬਾਕੀ ਸਿੱਖ ਬੈਠੇ ਉੱਥੇ ਬੈਠ ਕੇ ਪ੍ਰਸ਼ਾਦਾ ਛਕ, ਆ ਮੇਰੀ ਸੰਗਤ ਵਿੱਚ ਬੈਠ, ਤੈਨੂੰ ਕੋਈ ਵਿਸ਼ੇਸ਼ ਥਾਂ ਨਹੀਂ ਇਹਨਾਂ ਵਿੱਚ ਬੈਠਣ ਨੂੰ ਮਿਲਣਾ। ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਸੇ ਤੋਂ ਝੁਕੇ ਨਹੀਂ ਹਨ। ਗੁਰੂ ਘਰ ਵੱਡਾ ਹੈ, ਗੁਰੂ ਘਰ ਤਾਂ ਇਹਨਾਂ ਨੂੰ ਮੁਰਾਤਬੇ ਬਾਦਸ਼ਾਹੀਆਂ ਦੇਣ ਵਾਲਾ ਹੈ। ਮੇਰੇ ਭਰਾ ਨੇ ਭਾਈ ਗੁਰਦਾਸ ਗੁਰੂ ਘਰ ਦੀ ਵਡਿਆਈ ਨੂੰ ਨਹੀਂ ਜਾਣਿਆ, ਤੇ ਜਾ ਕੇ ਤੁਰਕਾਂ ਦੇ ਸੁਲਹੀ ਖਾਨ ਵਰਗਿਆਂ ਦੇ ਜਾ ਕੇ ਝੁਕਦਾ ਫਿਰਦਾ, ਤੇ ਬਾਦਸ਼ਾਹ ਕੋਲ ਵੀ ਜਾ ਕੇ ਪੁਕਾਰਾਂ ਕਰਨ ਦੀ ਸੋਚਦਾ। ਇਹ ਚੰਗੀ ਗੱਲ ਨਹੀਂ ਹੈ। ਮਤ ਮੂਰਖ ਹੋਰਾ ਭਇਓ, ਨਿਜ ਧਰਮ ਬਿਗਾਰਾ। ਸੋ ਇਹ ਮੂਰਖ ਮਤ ਵਾਲਾ ਮਤ ਦਾ ਹੌਲਾ ਹੋ ਗਿਆ ਹੈ। ਇਹਨੇ ਆਪਣਾ ਧਰਮ ਜਿਹੜਾ ਸੀ ਨਾ, ਕੁੱਲ ਧਰਮ, ਉਹ ਛੱਡ ਦਿੱਤਾ ਹੈ। ਹਾਟ ਕਛੂ ਨ ਆਵਹੀ, ਮਰ ਛਾਨਹਿ ਛਾਰਾ। ਇਹਦੇ ਹੱਥ ਕੁਝ ਨਹੀਂ, ਮਹਾਰਾਜ ਕਹਿੰਦੇ ਆਉਣਾ। ਇਹ ਹੱਥ ਮਲਦਾ ਰਹਿ ਜਾਵੇਗਾ ਖਾਲੀ, ਕੋਈ ਹੱਥ ਆਉਣ ਵਾਲੀ ਵਸਤੂ ਦਾਤ ਨਹੀਂ ਇਹਦੇ। ਦੋਹਰਾ ਹਿਮ ਕੈ ਸ੍ਰੀ ਗੁਰ ਮੋਨ ਧਰ, ਕਹਿਓ ਬਾਕ ਨ ਫੇਰ। ਇਵੇਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਮੁਖ ਤੋਂ ਭਾਵ ਮੌਨ ਧਾਰ ਲਿਆ, ਭਾਵ ਕਹਿ ਲਓ ਚੁੱਪ ਹੋ ਗਏ, ਫਿਰ ਕੋਈ ਬਚਨ ਨਹੀਂ। ਮਹਾਰਾਜ ਜੀ ਨੇ ਕਿਹਾ, ਮਹਾਰਾਜ ਭਵਿੱਖ ਦੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਵਰਤਾਰਾ ਵਰਤਣਾ ਹੈ। ਸਾਨੂੰ ਸ਼ਹਾਦਤ ਦੇਣੀ ਪਏਗੀ, ਤੱਤੀ ਤਵੀ ਤੇ ਬੈਠਣਾ ਪਵੇਗਾ। ਇਹ ਸਾਰੀ ਪਵਾੜੇ ਦੀ ਜੜ ਬਣ ਰਿਹਾ ਹੈ, ਮੁੱਢ ਬਣ ਰਿਹਾ ਹੈ ਸਾਰਾ। ਸੋ ਇਹ ਮਹਾਰਾਜ ਸਾਹਿਬ ਜੀ ਨੇ ਵਿਚਾਰ ਲਿਆ, ਔਰ ਇਹ ਵੀ ਵੇਖ ਲਿਆ ਵੀ ਇਹਦੇ ਹੱਥ ਆਉਣਾ ਕੁਛ ਨਹੀਂ, ਐਵੇਂ ਵਿਅਰਥ ਕੰਮ ਕਰ ਰਿਹਾ ਹੈ। ਭਾਣਾ ਸ੍ਰੀ ਕਰਤਾਰ ਕੋ ਜਾਣੇ, ਨੀਕੋ ਹੇਰ। ਮਹਾਰਾਜ ਸਾਹਿਬ ਤੇ ਵਾਹਿਗੁਰੂ ਦਾ, ਪਰਮੇਸ਼ਰ ਦਾ ਭਾਣਾ ਕਰਤੇ ਪੁਰਖ ਦਾ ਮਿੱਠਾ ਨੀਕਾ ਨਾਮ ਹੈ। ਚੰਗਾ ਚੰਗਾ ਜਾਣਦੇ ਹਨ, ਮੰਨਦੇ ਹਨ। ਜੋ ਉਹਦਾ ਭਾਣਾ ਹੈ ਉਹ ਭਲਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ ਹੈ ਜੀ। ਦੋਹਰਾ ਪ੍ਰਿਥੀਏ ਪਾਠੇ ਦੁਖੀ ਹੋਈ, ਚਿਤਵਤ ਚਿਤ ਅਤ ਚਿੰਤ। ਉਧਰ ਪ੍ਰਿਥੀ ਚੰਦ ਨੂੰ ਬਹੁਤ ਜ਼ਿਆਦੀ ਚਿੰਤਾ ਦੁੱਖ ਹੋ ਰਿਹਾ ਹੈ, ਬੜੀ ਚਿੰਤਾ ਦੇ ਵਿੱਚ ਡੁੱਬਾ ਰਹਿੰਦਾ, ਸੋਚਦਾ ਰਹਿੰਦਾ ਹੈ। ਨਹੀਂ ਸੁਹਾਵਤ ਅਪਰਕਸ਼, ਗਿਣਤੀ ਗਨਤ ਅਨੰਤ। ਹੋਰ ਕੋਈ ਚੀਜ਼ ਉਹਨੂੰ ਚੰਗੀ ਨਾ ਲੱਗਦੀ, ਮਨ ਵਿੱਚ ਹੋਰ ਹੀ ਗਿਣਤੀਆਂ ਸੋਚਦਾ ਰਹਿੰਦਾ, ਗਿਣਦਾ ਰਹਿੰਦਾ ਏ। ਸੋ ਪਈ ਨੀਂਦ ਨ ਆਵਤ, ਸੋਚਤ ਸੋਚਨ। ਜਦੋਂ ਸਾਧ ਸੰਗਤ ਜੀ ਕੋਈ ਮਨੁੱਖ ਚਿੰਤਾ ਵਿੱਚ ਪੈ ਜਾਵੇ, ਉਹਨੂੰ ਨਾ ਤਾਂ ਭੁੱਖ ਚੰਗੀ ਲੱਗਦੀ ਹੈ ਤੇ ਨਾ ਹੀ ਉਹਨੂੰ ਨੀਂਦ ਆਉਂਦੀ ਹੈ। ਜਦੋਂ ਨੀਂਦ ਆਉਣੋਂ ਹਟ ਜਾਵੇ, ਉਸ ਵੇਲੇ ਸਰੀਰ ਰੋਗੀ ਹੋਣ ਲੱਗ ਪੈਂਦਾ ਹੈ, ਕਿਉਂਕਿ ਨੀਂਦ ਆਵੇਗੀ, ਸਰੀਰ ਦੇ ਅੰਗ ਸਾਰੇ ਠੀਕ ਢੰਗ ਨਾਲ ਚੱਲਣਗੇ, ਲੀਵਰ ਫੇਰ ਹੀ ਕੰਮ ਕਰਦਾ ਹੈ। ਤੇ ਜਦੋਂ ਇਹ ਕੰਮ ਕਰਨਾ ਛੱਡ ਦੇਵੇ, ਭੁੱਖ ਕਿੱਥੋਂ ਲੱਗਣੀ? ਭੁੱਖ ਨਾਲ ਤੇ ਨੀਂਦ ਨਾਲ ਹੀ ਸਰੀਰ ਦੀ ਤੰਦਰੁਸਤੀ ਬਣੀ ਹੋਈ ਹੈ। ਇਹ ਦੋਵੇਂ ਕੰਮ ਹੀ ਖਤਮ ਹੋ ਗਏ। ਨੀਂਦ ਰਾਤ ਨੂੰ ਆਉਂਦੀ ਨਹੀਂ, ਸੋਚਦਾ ਰਹਿੰਦਾ ਹੈ। ਨਿਸਮੈ ਮਿਲਤ ਨਾ ਪਲਕ ਬਲੋਚਨ। ਰਾਤ ਵੇਲੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਖਾਂ ਭਰ ਕੇ ਨੀਂਦ ਨਹੀਂ ਆਉਂਦੀ, ਫਿਕਰ ਵਿੱਚ ਹੀ ਡੁੱਬਾ ਰਹਿੰਦਾ ਹੈ। ਐਸਾ ਸਾਧ ਸੰਗਤ ਜੀ ਸੁਭਾਅ ਬਣ ਗਿਆ। ਇਹ ਮੂਰਖਤਾਈ ਹੈ ਸਾਧ ਸੰਗਤ ਜੀ। ਪਰਮੇਸ਼ਰ ਦੇ ਉੱਪਰ ਸਾਧ ਸੰਗਤ ਜੀ, ਵਾਹਿਗੁਰੂ ਉੱਪਰ ਭਰੋਸਾ ਰੱਖਿਆ ਕਰੋ। ਜੋ ਤੁਹਾਨੂੰ ਜੀਵਨ ਵਿੱਚ ਮਿਲ ਗਿਆ ਉਹਦੇ 'ਤੇ ਖੁਸ਼ ਹੋਇਆ ਕਰੋ ਹਮੇਸ਼ਾ। ਅਤੇ ਕਿਸੇ ਦਾ, ਗੁਆਂਢੀ ਦਾ, ਕਿਸੇ ਸੱਜਣ ਮਿੱਤਰ ਦਾ ਜੇ ਪਰਿਵਾਰ ਘਰ ਜਾਂ ਉਹਦੇ ਕੋਲ ਧਨ ਪਦਾਰਥ ਜ਼ਿਆਦਾ, ਕਦੀ ਉਹਦੇ 'ਤੇ ਦੁਖੀ ਨਾ ਹੋਇਆ ਕਰੋ। ਇਹ ਵਿਅਰਥ ਚਿੰਤਾ ਹੈ ਸਾਧ ਸੰਗਤ ਜਿਹੜੀ ਆਪਣੇ ਮਨ ਵਿੱਚ ਪੈਦਾ ਕਰ ਲੈਣੀ, ਇਹਦਾ ਕੋਈ ਮੂਲ ਹੀ ਨਹੀਂ ਬਣਦਾ।
ਸੋ ਐਸੀ ਚਿੰਤਾ ਮਨ ਨੂੰ ਬਾਬੇ ਪ੍ਰਿਥੀ ਚੰਦ ਦੇ ਲੱਗ ਗਈ, ਰਾਤ ਨੂੰ ਨੀਂਦ ਨਹੀਂ ਆਉਂਦੀ। ਹੁਣ ਮਹਦ ਕਸ਼ਟ ਆਪਣੋ ਮੈਂ ਕਲਪਤ, ਬਹੁਤ ਜ਼ਿਆਦਾ ਵੱਡਾ ਕਸ਼ਟ ਆਪਣੇ ਆਪ ਤੇ ਐਵੇਂ ਹੀ ਕਲਪੀ ਜਾਂਦਾ, ਸੋਚੀ ਜਾਂਦਾ। ਬਿਨਾ ਅਰਥ ਮਤ ਮੂਰਖ ਜਲਪਤ, ਐਵੇਂ ਹੀ ਬਿਨਾ ਮਤ ਤੋਂ ਮੂਰਖ ਹੋਇਆ ਜਲੀ ਜਾਂਦਾ, ਸੜਦਾ ਰਹਿੰਦਾ ਹੈ। ਦਿਵਸ ਵਿਖੇ ਨ ਭੋਜਨ ਭਾਵਤ, ਦਿਨ ਵੇਲੇ ਭੋਜਨ ਰੋਟੀ ਪ੍ਰਸ਼ਾਦਾ ਹੀ ਚੰਗਾ ਨਹੀਂ ਲੱਗਦਾ। ਗਟੀ ਉਤਾਰਤ ਏਕ ਚੜਾਵਤ, ਇੱਕ ਗਿਣਤੀ ਗਿਣਦਾ ਉਹਨੂੰ ਉਤਾਰ ਦਿੰਦਾ, ਭਾਵ ਉਹ ਫੁਰਨਾ ਢਾ ਦਿੰਦਾ ਸਲਾਹ ਮਨ ਦੇ ਵਿੱਚ। ਫਿਰ ਦੂਜੀ ਸਲਾਹ ਜਿਹੜੀ ਹੈ ਮਨ ਦੇ ਵਿੱਚ ਗਿਣਤੀ ਕਰਨ ਲੱਗ ਪੈਂਦਾ। ਦੁਰਬਲ ਭਇਓ ਕ੍ਰਾਂਤ ਤੇ ਖਾਲੀ, ਸਾਧ ਸੰਗਤ ਜੀ ਸਰੀਰ ਵਿੱਚੋਂ ਬਲ ਘਟਣਾ ਸ਼ੁਰੂ ਹੋ ਗਿਆ ਤੇ ਚਿਹਰੇ ਦੀ ਜਿਹੜੀ ਰੌਣਕ ਹੈ ਨਾ, ਜਿਹੜੀ ਚਿਹਰੇ ਤੇ ਆਭਾ ਹੁੰਦੀ ਹੈ ਮਨੁੱਖ ਤੇ ਜਿਹੜਾ ਰੌਣਕ ਹੁੰਦੀ ਹੈ, ਉਹ ਘਟਣੀ ਸ਼ੁਰੂ ਹੋ ਗਈ ਏ। ਔਰ ਸਲਗਤ ਲੱਕਰੀ ਜਿਮ ਆਲੀ, ਜਿਵੇਂ ਕੋਈ ਗਿੱਲੀ ਲੱਕੜ ਸਾਧ ਸੰਗਤ ਜੀ ਸੁਲਗਦੀ ਰਹਿੰਦੀ ਹੈ। ਲੱਕੜ ਗਿੱਲੀ ਹੋਵੇ ਉਹ ਧੁਖਣੀ ਸ਼ੁਰੂ ਹੋ ਜਾਂਦੀ, ਉਹਨੂੰ ਅੱਗ ਪੂਰੀ ਨਹੀਂ ਲੱਗਦੀ। ਉਹ ਅੱਗ ਬਾਹਰੋਂ ਇੰਜ ਲੱਗੇਗਾ ਇਹ ਬੰਦ ਹੈ, ਅੱਗ ਨਹੀਂ ਬਲ ਰਹੀ, ਪਰ ਅੰਦਰ ਉਹਦੇ ਸੇਕ ਚੱਲਦਾ ਹੀ ਰਹਿੰਦਾ, ਧੁਖਦੀ ਰਹਿੰਦੀ ਹੌਲੀ ਹੌਲੀ। ਸ੍ਰੀ ਅਰਜਨ ਪ੍ਰਭਤਾ ਬਹੁ ਭਾਂਤੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਪ੍ਰਤਿਭਾ ਹੈ, ਵਡਿਆਈ ਹੈ ਜੀ। ਚੁਬਤ ਸੇਦ ਸਮ ਰੜਕਤ ਛਾਤੀ, ਦੁੱਖ ਦਾ ਕਾਰਨ ਕੀ ਬਾਬੇ ਪ੍ਰਿਥੀ ਚੰਦ ਦਾ ਜਿਹੜੀ ਸਤਿਗੁਰੂ ਦੀ ਵਡਿਆਈ ਹੈ ਹੋਈ ਨਹੀਂ ਸਾਧ ਸੰਗਤ ਜੀ ਜਰੀ ਜਾਂਦੀ। ਉਹ ਐਵੇਂ ਹਿਰਦੇ ਦੇ ਵਿੱਚ ਚੁਭਦੀ ਜਿਵੇਂ ਕਿਸੇ ਨੇ ਬਰਛਾ ਮਾਰ ਦਿੱਤਾ ਹੋਵੇ, ਤੇ ਬਰਛਾ ਜਿਵੇਂ ਵੱਜਾ ਹੋਵੇ ਤੀਰ ਜਾਂ ਤਿੱਖਾ ਬਰਛਾ ਚੁਭਦਾ ਰਹਿੰਦਾ। ਐਵੇਂ ਬਾਬੇ ਪ੍ਰਿਥੀ ਚੰਦ ਨੂੰ ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਸੱਚੀ ਸ਼ੋਭਾ ਚੁਭਦੀ ਹੈ, ਮਨ ਨੂੰ ਚੰਗੀ ਨਹੀਂ ਲੱਗਦੀ। ਉਹ ਸ੍ਰੀ ਹਰਿ ਗੋਬਿੰਦ ਕੀ ਸੁੰਦਰਤਾਈ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੁੰਦਰਤਾਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਬਹੁਤ ਜ਼ਿਆਦਾ ਖੂਬਸੂਰਤ ਤੇਜ ਪ੍ਰਤਾਪ ਵਾਲੇ ਸਾਧ ਸੰਗਤ ਜੀ ਮਹਾਬਲੀ ਹੋਏ ਨੇ। ਮਹਾਰਾਜ ਸਾਹਿਬ ਜੀ ਦਾ ਸਰੀਰ ਬਹੁਤ ਵੱਡਾ ਤਾਕਤਵਰ ਸਾਧ ਸੰਗਤ ਜੀ, ਸਵਾ ਸਵਾ ਗਿੱਠ ਮੋਢੇ ਸਤਿਗੁਰੂ ਦੇ ਉੱਚੇ, ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਕਈ ਜਿਮ ਲਾਉਣ ਵਾਲੇ ਬਣਾਉਂਦੇ ਨਾ, ਐਵੇਂ ਸਤਿਗੁਰੂ ਦੇ ਮੋਢੇ ਉੱਚੇ ਹਨ। ਧੌਣ ਬਹੁਤ ਉੱਚੀ ਹੈ। ਸਤਿਗੁਰੂ ਦਾ ਸਰੀਰ ਬੜਾ ਸੋਹਣਾ ਤੇਜ ਪ੍ਰਤਾਪ। ਇਹ ਨਹੀਂ ਇੱਕ ਜਰਿਆ ਜਾਂਦਾ ਕਿ ਗੁਰੂ ਅਰਜਨ ਦੇਵ ਸਾਹਿਬ ਦਾ ਸਾਹਿਬਜ਼ਾਦਾ ਮੇਰਾ ਭਤੀਜਾ, ਮੈਂ ਤਾਂ ਇਹ ਚਾਹੁੰਦਾ ਸੀ ਇਹਦੇ ਘਰ ਵਿੱਚ ਪੁੱਤਰ ਨਹੀਂ ਹੋਣਾ, ਪਰ ਹੋਇਆ ਵੀ ਹੈ ਤੇ ਬੜਾ ਤਾਕਤਵਰ, ਬੜਾ ਸੋਹਣਾ ਦਿੱਖ ਵਾਲਾ ਹੈ। ਨਿਤ ਚਿਤਵਤ ਫਿਰਗੀ ਜਰਦਾਈ, ਸਾਧ ਸੰਗਤ ਜੀ ਐਵੇਂ ਹੀ ਚਿਤਵਦਾ ਰਹਿੰਦਾ ਤੇ ਚਿਹਰੇ ਤੇ ਜਰਦਾਈ, ਜਿਵੇਂ ਜਰਦੇ ਦਾ ਰੰਗ ਹੁੰਦਾ ਨਾ ਪੀਲਾ ਪੀਲਾ, ਐਵੇਂ ਇਹਦਾ ਚਿਹਰਾ ਪੀਲਾ ਪੈਣਾ ਸ਼ੁਰੂ ਹੋ ਗਿਆ ਬਾਬੇ ਪ੍ਰਿਥੀ ਚੰਦ ਦਾ। ਮਤਸਰ ਪਾਵਕ ਪੁੰਜ ਪੁਰਜਲਤੀ, ਤੇ ਈਰਖਾ ਜਿਹੜੀ ਹੈ ਇਹ ਅੱਗ ਜਿਹੜੀ ਬਲ ਰਹੀ, ਬਹੁਤੀ ਜਲ ਰਹੀ, ਭਾਵ ਬਹੁਤਾ ਇਹ ਸਾੜ ਜਿਹੜਾ ਹੈ ਪੈ ਰਿਹਾ ਹੈ। ਪੂਜਾ ਅਦਕ ਹੋਤ ਨਹਿ ਭੁਲਤੀ, ਤੇ ਗੁਰੂ ਸਾਹਿਬ ਜੀ ਦੀ ਜਿਹੜੀ ਪੂਜਾ ਹੈ ਮਹਾਰਾਜ ਜੀ ਦੀ, ਉਹ ਇਸ ਨੂੰ ਭੁੱਲਦੀ ਨਹੀਂ ਹੈ। ਬਦਿਓ ਗੁਰੂ ਕੈ ਅਦਕ ਪ੍ਰਤਾਪੂ, ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਸਤ ਸੰਗਤ ਜੀ ਵੱਧ ਗਿਆ ਹੈ ਜੀ। ਨਿਤ ਜਿਮ ਤੇਏ ਤਾਪ ਸੰਤਾਪੂ, ਉਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਤੇਜ ਪ੍ਰਤਾਪ ਵੱਧਦਾ ਹੈ, ਸੰਗਤਾਂ ਹੋਰ ਜੁੜਦੀਆਂ ਜਾਂਦੀਆਂ ਨੇ। ਗੁਰੂ ਸਾਹਿਬ ਜੀ ਦੇ ਕੋਲ ਜਿਹੜਾ ਸਿੱਖ ਆਉਂਦਾ, ਜੋ ਭਾਵਨਾ ਲੈ ਕੇ ਆਉਂਦਾ, ਉਹੀ ਪੂਰੀ ਹੋ ਜਾਂਦੀ। ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ। ਮਹਾਰਾਜ ਪ੍ਰਤੱਖ ਹਰ ਨੇ, ਪਰਮਾਤਮਾ ਨੇ। ਇਹ ਇੰਨੀਆਂ ਸੰਗਤਾਂ ਆਉਂਦੀਆਂ ਤੇ ਬਾਬੇ ਪ੍ਰਿਥੀ ਚੰਦ ਨੂੰ ਇਹ ਖਬਰ ਮਿਲਦੀ ਰਹਿੰਦੀ ਕਿ ਮਹਾਰਾਜ ਦੇ ਕੋਲ ਇੰਨੀਆਂ ਸੰਗਤਾਂ ਆਈਆਂ, ਇੰਨੇ ਇਕੱਠ ਹੁੰਦੇ, ਇੰਨੀ ਮਾਇਆ ਭੇਟਾ ਚੜ੍ਹਦੀ ਹੈ, ਇੰਨੇ ਲੰਗਰ ਚੱਲ ਰਹੇ ਨੇ। ਇਹ ਸ਼ੋਭਾ ਮਹਾਰਾਜ ਜੀ ਦੀ ਜਰੀ ਨਹੀਂ ਜਾਂਦੀ ਇਸ ਦੇ ਕੋਲੋਂ। ਤੇ ਇਹ ਐਵੇਂ ਹੈ ਜਿਵੇਂ ਤਈਆ ਤਾਪ ਬੰਦੇ ਨੂੰ ਦੁੱਖ ਦਿੰਦਾ ਨਾ, ਉਹ ਇੱਕ ਦਿਨ ਚੜ੍ਹ ਜਾਂਦਾ ਹੈ, ਇੱਕ ਦਿਨ ਹਟ ਜਾਂਦਾ, ਫੇਰ ਇੱਦਾਂ ਬੜਾ ਦੁੱਖ ਦਿੰਦਾ, ਸਰੀਰ ਆਕੜਦਾ ਰਹਿੰਦਾ ਹੈ। ਇਵੇਂ ਕਹਿੰਦੇ ਬਾਬੇ ਪ੍ਰਿਥੀ ਚੰਦ ਨੂੰ ਦੁੱਖ ਹੋ ਰਿਹਾ ਏ। ਪੁਨ ਪਾਸ਼ੇ ਭਾਈ ਗੁਰਦਾਸੂ, ਫੇਰ ਭਾਈ ਗੁਰਦਾਸ ਸਾਹਿਬ ਜੀ ਨੇ ਉੱਤੇ ਜਿਹੜਾ ਕੰਮ ਕਰ ਦਿੱਤਾ, ਵਾਰ ਲਿਖ ਕਰਕੇ ਵਾਰ ਪੱਠੀ ਢਿੱਗ ਤਾਸੂ, ਜਿਹੜੀ ਵਾਰ ਲਿਖ ਕੇ ਘੱਲੀ ਐ, ਭਾਵ ਭੇਜੀ ਐ ਮੀਣਿਆਂ ਦੀ ਸਿੱਧੀ ਚਿੱਠੀ ਦੇ ਵਿੱਚ।
ਘਾਏ ਲਗੇ ਅੰਗ ਅੰਗ ਵਿਸਾਲਾ। ਉਹ ਤੇ ਇਵੇਂ ਕੰਮ ਕਰ ਦਿੱਤਾ ਜਿਵੇਂ ਕਿਸੇ ਦੇ ਸਰੀਰ ਤੇ ਘਾਹ ਭਾਵ ਨਾਮ ਹੈ ਜ਼ਖਮ ਕੋਈ ਫੱਟ ਲੱਗਾ ਹੋਵੇ। ਤਿਨ ਪਰ ਮਨੋ ਲਵਨ ਘਸ ਢਾਲਾ। ਤੇ ਉਸ ਜ਼ਖਮ ਦੇ ਉੱਤੇ ਲੂਣ ਮਲ ਦੀਏ ਚੰਗੀ ਤਰ੍ਹਾਂ ਤੇ ਫਿਰ ਉਹ ਜ਼ਖਮ ਦਾ ਪੀੜਾ ਦੁੱਖ ਬਹੁਤਾ ਵੱਧ ਜਾਂਦਾ ਹੈ। ਜ਼ਖਮ ਤਾਂ ਪਹਿਲਾਂ ਹੀ ਹੋਇਆ ਸੀ, ਮਹਾਰਾਜ ਦਾ ਤੇਜ ਜਰਿਆ ਨਹੀਂ ਜਾਂਦਾ, ਉੱਪਰ ਭਾਈ ਸਾਹਿਬ ਜੀ ਨੇ ਵਾਰ ਲਿਖ ਕੇ ਲੂਣ ਮਲ ਦਿੱਤਾ ਹੈ। ਜਨ ਪਾ ਕੇ ਬਿਰਣ ਗਾਡੀ ਪੀਰਾ। ਜਿਵੇਂ ਕਿਸੇ ਦਾ ਜ਼ਖਮ ਫੋੜਾ ਪੱਕਾ ਹੋਵੇ ਉਹਦੇ ਤੇ ਬਹੁਤ ਹੀ ਪੀੜਾ ਹੁੰਦੀ ਏ। ਪਾਏ ਮਿਰਚ ਚੂਰਨ ਦੇ ਚੀਰਾ। ਤੇ ਉਹਦੇ ਤੇ ਚੀਰ ਦੇ ਕੇ ਮਿਰਚਾਂ ਲਾਲ ਲੈ ਕੇ ਉਹਨਾਂ ਨੂੰ ਪੀਸ ਕੇ ਉੱਤੇ ਪਾ ਦਈਏ ਤੇ ਕਿੱਡੀ ਦਰਦ ਪੀੜਾ ਵੱਧ ਜਾਂਦੀ। ਇਹ ਹਾਲਤ ਬਣ ਗਈ ਹੁਣ। ਰਾਤ ਦਿਵਸ ਚਿੰਤਾ ਗਲਤਾਨੇ। ਦਿਨ ਰਾਤ ਹੀ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਲਿਖ ਰਹੇ ਇਤਿਹਾਸ ਅੰਦਰ, ਬਾਬਾ ਪ੍ਰਿਥੀ ਚੰਦ ਚਿੰਤਾ ਦੇ ਵਿੱਚ ਹੀ ਡੁੱਬਾ ਰਹਿੰਦਾ ਹੈ। ਬੈਠਿਓ ਨਿਕਟ ਨਹੀਂ ਨਰ ਜਾਣੇ। ਤੇ ਜਿਹੜਾ ਕੋਈ ਕੋਲ ਵੀ ਬੈਠਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਚਿੰਤਾ ਕਾਹਦੀ, ਦੁੱਖ ਕਾਹਦਾ ਲੱਗ ਗਿਆ ਇਸ ਨੂੰ। ਉੱਡਿਓ ਰਹੇ ਮਨ ਗਹਿ ਨਾ ਥਿਰਤਾ। ਮਨ ਜਿਹੜਾ ਹੈ ਉੱਡਿਆ ਹੀ ਰਹਿੰਦਾ ਹੈ। ਮਨ ਤਾਂ ਗੁਰੂ ਬਣਨ ਦੀ ਲਾਲਸਾ ਦੇ ਵਿੱਚ ਦੌੜਿਆ ਰਹਿੰਦਾ ਹੈ, ਉਹ ਕਦੇ ਟਿਕਦਾ ਹੀ ਨਹੀਂ ਇਸ ਦਾ। ਵਹਿਓ ਜਾਤ ਨਿਤ ਚਿੰਤਾ ਸਿਰਤਾ। ਚਿੰਤਾ ਰੂਪੀ ਨਦੀ ਦੇ ਪ੍ਰਵਾਹ ਦੇ ਵਿੱਚ ਵਹਿੰਦਾ ਜਾਂਦਾ, ਰੁੜਦਾ ਜਾਂਦਾ ਰੋਜ਼। ਬਹੁਤ ਭਾਂਤ ਕਰਮੋ ਸਮਝਾਵੈ। ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਹੈ, ਉਹਦਾ ਨਾਮ ਹੈ ਬੀਬੀ ਕਰਮੋ। ਉਹ ਇਸ ਨੂੰ ਸਮਝਾਉਂਦੀ ਹੈ, ਹੌਸਲਾ ਦਿੰਦੀ ਏ। ਰੁਚ ਸੋ ਭੋਜਨ ਕਿਉ ਨਹਿ ਖਾਵੈ। ਕਹਿੰਦੀ ਹੈ ਮੇਰੇ ਪਤੀ ਤੂੰ ਰੁਚੀ ਅਨੁਸਾਰ ਮਨ ਲਾ ਕੇ ਭੋਜਨ ਕਿਉਂ ਨਹੀਂ ਛਕਦਾ। ਹਮਰੀ ਵੀ ਹੋਵਤ ਗੁਜਰਾਨਾ। ਸਾਡੀ ਵੀ ਜਿਹੜੀ ਗੁਜਰਾਨ ਹੈ ਇਹ ਹੋ ਹੀ ਰਹੀ ਹੈ ਨਾ, ਸਾਡਾ ਵੀ ਤੇ ਸਾਰੀ ਰਿਹਾ ਹੈ। ਆਨਤ ਸਿੱਖ ਉਪਾਇਨ ਨਾਨਾ। ਤੇ ਸਿੱਖ ਜਿਹੜੇ ਆਉਂਦੇ ਨੇ ਕੁਝ ਨਾ ਕੁਝ ਦੇ ਦਿੰਦੇ ਨੇ, ਭੇਟਾ ਆ ਜਾਂਦੀ ਆ, ਆਪਣਾ ਵੀ ਗੁਜ਼ਾਰਾ ਚੱਲੀ ਜਾਂਦਾ ਏ। ਕਰਤੇ ਰਿਓ ਮਹਦ ਉਦਯੋਗਾ। ਪਰ ਤੁਸੀਂ ਹੁਣ ਉਦਯੋਗ ਜਿਹੜਾ ਭਾਵ ਯਤਨ ਹੈ ਇਹ ਕਰਦੇ ਰਹਿਣਾ ਕਰੋ। ਜਿਮ ਸਰੀਰ ਹਾਏ ਹਾਨਤ ਜੋਗਾ। ਤੇ ਜਿਹਦੇ ਨਾਲ ਜਿਮ ਸ਼ਰੀਕ ਹੋਏ ਹਾਨਤ ਜੋਗਾ ਭਾਵ ਜਿਹੜਾ ਸ਼ਰੀਕ ਹੈ ਸਾਡਾ ਉਹਨੂੰ ਹਾਨੀ ਹੋਵੇ, ਇਹ ਵੀ ਨਾਲ ਨਾਲ ਕਰਦੇ ਰਹੋ। ਪਰ ਰੋਟੀ ਪਾਣੀ ਖਾ ਲਿਆ ਕਰੋ, ਇਹ ਨਾ ਛੱਡੀ ਜਾਵੋ ਤੁਸੀਂ। ਮਿਲੋ ਸਲਾਹ ਕਰੋ ਸੁਲਹੀ ਸੋ। ਸੁਲਹੀ ਖਾਂ ਦੇ ਨਾਲ ਮਿਲੋ, ਉਹਦੇ ਨਾਲ ਸਲਾਹ ਮਸ਼ਵਰਾ ਕਰੋ ਕੋਈ। ਦਿੱਲੀ ਪਹੁੰਚਣ ਹੋਏ ਜਲਦੀ ਸੋ। ਛੇਤੀ ਦਿੱਲੀ ਜਾਓ ਬਾਦਸ਼ਾਹ ਦੇ ਕੋਲ। ਕਬ ਕਬ ਕਰਮੋ ਧੀਰਜ ਦੇਤ। ਕਦੀ ਕਦੀ ਜਿਹੜੀ ਦੀ ਘਰ ਵਾਲੀ ਬੀਬੀ ਕਰਮੋ ਹੌਸਲਾ ਦੇ ਛੱਡਦੀ ਏ। ਬਾਤੇ ਕਰਤ ਅਸਨ ਕਰ ਲੇਤ। ਸੋ ਗੱਲਾਂ ਬਾਤਾਂ ਕਰਦੇ ਹੋਏ ਭੋਜਨ ਜਿਹੜਾ ਹੈ ਬਾਬਾ ਪ੍ਰਿਥੀ ਚੰਦ ਉਹ ਛਕ ਲੈਂਦਾ। ਜਦੋਂ ਧਿਆਨ ਇਹਦਾ ਲਾ ਲੈਂਦੀ ਹੈ ਗੱਲਾਂ ਵਿੱਚ। ਸੁਲੀ ਸਾਰ ਸੋ ਕਬੇ ਇੱਕ ਠਾਂ ਹੈ। ਸਾਧ ਸੰਗਤ ਜੀ ਜਿਹੜੇ ਇਹ ਮੈਂ ਵੈਸੇ ਇੱਕ ਬਚਨ ਕਹਿ ਰਿਹਾ, ਜਿਹੜਾ ਪਰਿਵਾਰ ਹੁੰਦਾ ਇਹ ਵੀ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ, ਇਹ ਵੀ ਮਹਾਰਾਜ ਦਾ ਸ਼ੁਕਰਾਨਾ ਕਰਿਆ ਕਰੋ। ਜਿਹਨੂੰ ਮਾਤਾ ਪਿਤਾ ਧੀਆਂ ਪੁੱਤਰ ਇਹ ਚੰਗੇ ਨੇਕ ਮਿਲੇ ਨੇ ਉਹ ਸ਼ੁਕਰ ਕਰਿਆ ਕਰੋ ਕਿ ਸਾਡੀ ਦੇਖਭਾਲ ਕਰਨ ਵਾਲਾ ਕੋਈ ਹੈ। ਜਿਹੜਾ ਮਨੁੱਖ ਇਕੱਲਾ ਰਹਿ ਜਾਂਦਾ ਜੀਵਨ ਵਿੱਚ ਉਹਨੂੰ ਚਿੰਤਾਵਾਂ ਝੋਰੇ ਹੀ ਖਾ ਜਾਂਦੇ ਹਨ। ਕੋਈ ਸੁਹਿਰਦ ਹੋਣਾ, ਕੋਈ ਉਹਦੀ ਗੱਲ ਨੂੰ ਸੁਣਨ ਵਾਲਾ ਹੋਣਾ ਇਹ ਜ਼ਰੂਰੀ ਹੈ। ਇਹ ਵੀ ਵਾਹਿਗੁਰੂ ਦਾ ਸ਼ੁਕਰ ਹੈ। ਸੋ ਗੱਲਾਂ ਵਿੱਚ ਲਾ ਕਰਕੇ ਤੇ ਭੋਜਨ ਪ੍ਰਸ਼ਾਦਾ ਛਕਾ ਦਿੰਦੀ ਹੈ। ਸੁਲਹੀ ਸਾਥ ਸੋ ਕਬੇ ਇਕੱਠਾ ਹੈ। ਤੇ ਇਹ ਕਹਿੰਦੀ ਸੁਲਹੀ ਖਾਂ ਦੇ ਨਾਲ ਮਿਲ ਤੇ ਬਾਦਸ਼ਾਹ ਨੂੰ ਮਿਲ ਜਾ ਕੇ ਦਿੱਲੀ। ਕਦੀ ਕਦੀ ਜਿਹੜਾ ਸੁਲਹੀ ਖਾਨ ਆਉਂਦਾ ਹੈ ਇਕੱਠਾ ਹੁੰਦਾ ਮਿਲਦਾ ਏ। ਸੰਕਟ ਕਰਤ ਨਿਵੇਦਨ ਬੈਠ ਹੈ। ਸੋ ਆਪਸ ਦੇ ਵਿੱਚ ਮਿਲਦੇ ਇੱਕ ਦੂਜੇ ਨੂੰ। ਗੱਲਾਂ ਬਾਤਾਂ ਜਦੋਂ ਸ਼ੁਰੂ ਹੁੰਦੀਆਂ ਤੇ ਬਾਬਾ ਪ੍ਰਿਥੀ ਚੰਦ ਫੇਰ ਉਹੋ ਹੀ ਬੇਨਤੀ ਕਰਦਾ ਏ। ਨਿਸਦਿਨ ਦਰਬ ਉਪਾਇਨ ਨਾਨਾ। ਤੇ ਕਹਿੰਦਾ ਮੈਨੂੰ ਬਹੁਤ ਜਿਹੜਾ ਦੁੱਖ ਹੋ ਰਿਹਾ ਹੈ। ਕਿਹੜਾ ਦੁੱਖ? ਲੋਕ ਗੁਰੂ ਅਰਜਨ ਦੇਵ ਸਾਹਿਬ ਨੂੰ ਮੱਥੇ ਟੇਕੀ ਜਾਂਦੇ, ਆਪਾਂ ਇੱਥੇ ਵਿਹਲੇ ਬੈਠੇ ਹੋਏ ਹਾਂ। ਦਿਨ ਰਾਤ ਹੀ ਜਿਹੜਾ ਧਨ ਹੈ ਬਹੁਤ ਭਟਾਵਾਂ ਆਉਂਦੀਆਂ ਹਨ। ਅਰਪੇ ਅਰਜਨ ਕੇ ਢਿਗ ਆਨਾ। ਬਹੁਤ ਜ਼ਿਆਦੀਆਂ ਸੰਗਤਾਂ ਆਉਂਦੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਾਇਆ ਭੇਟਾ ਅਰਪਣ ਕਰਦੀਆਂ ਨੇ। ਧਨੀ ਸਮਾਜ ਪ੍ਰਤਾਪ ਨਿਧਾਨਾ। ਤੇ ਬਹੁਤ ਜ਼ਿਆਦਾ ਸਮਾਜ ਜਿਹੜਾ ਧਨੀ ਹੈ, ਲੋਕ ਵੱਡੇ ਅਮੀਰ ਆਉਂਦੇ ਨੇ ਉਹਦੇ ਕੋਲ, ਉਹ ਬਹੁਤਾ ਧਨ ਦਿੰਦੇ ਨੇ। ਤੇ ਇਸ ਕਰਕੇ ਮਹਾਰਾਜ ਦਾ ਪ੍ਰਤਾਪ ਵੀ ਬਹੁਤਾ ਵੱਧ ਗਿਆ, ਐਸ਼ਵਰਜ
ਬਹੁਤਾ ਖਜ਼ਾਨਾ ਭਰ ਗਿਆ ਹੈ। ਕਿਤੇ ਲੰਗਰ ਚੱਲ ਰਹੇ ਨੇ, ਕਿਤੇ ਕਾਰ ਸੇਵਾ ਲੱਗੀ ਹੋਈ ਹੈ, ਕਿਤੇ ਮਹਾਰਾਜ ਜੀ ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਦਵਾਖਾਨੇ ਚੱਲ ਰਹੇ ਹਨ। ਇਹ ਬਹੁਤਾ ਹੀ ਪ੍ਰਤਾਪ ਮਹਾਰਾਜ ਦਾ ਵੱਧ ਗਿਆ। ਗੁਰੂ ਘਰ ਵਿੱਚ ਕਈ ਪਦਾਰਥ ਇਕੱਠੇ ਹੋ ਗਏ ਨੇ, ਕਈ ਚੀਜ਼ਾਂ ਬਣ ਗਈਆਂ ਨੇ। ਬਦਤ ਬਦਤ ਬਦ ਗਿਓ ਮਹਾਨਾ। ਇਸ ਗੁਰੂ ਘਰ ਦਾ, ਮੇਰੇ ਭਰਾ ਦਾ ਸਾਜੋ ਸਮਾਨ ਵੱਧਦਾ ਵੱਧਦਾ ਵਧੀ ਜਾ ਰਿਹਾ, ਬਹੁਤਾ ਹੋ ਗਿਆ ਹੈ ਖਜ਼ਾਨਾ ਹੁਣ। ਚਰਨ ਸਾਹੂ ਢਿੱਗ ਠਨੋ ਉਪਾਓ। ਹੁਣ ਬਾਦਸ਼ਾਹ ਦੇ ਕੋਲ ਜਾਣ ਦਾ ਉਪਾਅ ਯਤਨ ਕਰੀਏ ਆਪਾਂ ਹੁਣ ਛੇਤੀ। ਕਰ ਲੀਜੈ ਕਾਰਜ ਰਹਿ ਕਾਉ। ਹੁਣ ਜਿਹੜਾ ਕੋਈ ਕੰਮ ਤੁਹਾਡਾ ਰਹਿ ਗਿਆ ਛੇਤੀ ਮੁਕਾਓ, ਕਰ ਲਵੋ। ਮੋਰ ਮਨੋਰਥ ਤਹਿ ਤੇ ਪੂਰੇ। ਜੋ ਮੇਰੇ ਮਨ ਦੇ ਮਨੋਰਥ ਨੇ, ਜਿਹੜੀ ਮੇਰੀ ਇੱਛਾ, ਉਹ ਤੇ ਦਿੱਲੀ ਜਾ ਕੇ ਪੂਰੀ ਹੋਣੀ ਹੈ। ਸਾਹੂ ਸੰਗ ਹੋਏ ਮਿਲਨ ਹਦੂਰੇ। ਜਦੋਂ ਬਾਦਸ਼ਾਹ ਨਾਲ ਮਿਲਾਂਗੇ ਉਦੋਂ ਹੀ ਜਾ ਕੇ ਮੇਰੇ ਮਨ ਦੀ ਇੱਛਾ ਪੂਰੀ ਹੋਵੇਗੀ। ਤੂੰ ਸਮ ਸਖਾ ਰਹਿਤ ਚਿਤ ਆਸਾ। ਤੂੰ ਤੇ ਮੇਰਾ ਸਖਾ ਜਿਵੇਂ ਕੋਈ ਸੱਜਣ ਹੁੰਦਾ ਭਰਾ ਨੇੜੇ ਦਾ, ਐਵੇਂ ਹੈ ਤੂੰ ਮੇਰੇ ਨਾਲ। ਮੇਰੇ ਮਨ ਵਿੱਚ ਇਹ ਤੇਰੀ ਆਸ ਹੈ ਕੱਲੀ। ਕਰੇ ਕਾਜ ਮੁਝ ਮਨ ਪ੍ਰਵਾਸਾ। ਮੇਰੇ ਮਨ ਨੂੰ ਇਹ ਭਰੋਸਾ ਕਿ ਤੂੰ ਹੀ ਮੇਰਾ ਕੰਮ ਕਾਰਜ ਕਰੇਗਾ। ਤੋਏ ਅਲੰਬ ਬਿਲੰਬ ਬਹੀਨਾ। ਸੋ ਤੇਰਾ ਜਿਹੜਾ ਆਸਰਾ ਹੈ ਬਿਨਾਂ ਦੇਰੀ ਤੋਂ ਮੈਨੂੰ ਚਾਹੀਦਾ ਹੈ। ਆਏ ਕਦਮ ਮੋਏ ਗੁਰ ਕੀਨਾ। ਸੋ ਮੇਰੇ ਕੋਲ ਕਦੋਂ ਇਹ ਆਸਰਾ ਬਣੇ, ਮੈਂ ਕਦੋਂ ਛੇਤੀ ਤੋਂ ਪਹਿਲਾਂ ਗੁਰੂ ਬਣ ਜਾਵਾਂ ਤੇ ਗੁਰਤਾ ਗੱਦੀ ਤੇ ਬੈਠ ਜਾਵਾਂ। ਦੀਨੇ ਸਰਭਾਂਤ ਸੁਖ ਜੈਸੇ। ਜਿਵੇਂ ਮੈਨੂੰ ਤੂੰ ਸੁੱਖ ਜਿਹੜੇ ਹਨ ਇਹ ਦਿੱਤੇ ਹਨ, ਲੈ ਦੇਵੋ ਗੁਰਤਾ ਚਲ ਤੈਸੇ। ਜਦੋਂ ਮੈਨੂੰ ਗੁਰਤਾ ਗੱਦੀ ਮਿਲ ਗਈ ਮੈਂ ਤੇਰਾ ਮੁੱਲ ਜ਼ਰੂਰ ਮੋੜਾਂਗਾ। ਜੋ ਮੈਨੂੰ ਤੂੰ ਹੁਣ ਦਿੱਤਾ, ਧਨ ਦਿੱਤਾ ਹੈ, ਪੈਸੇ ਦਿੱਤੇ ਆ, ਪਿੰਡ ਦੇ ਦਿੱਤਾ ਹੈ, ਇਹਦਾ ਮੁੱਲ ਮੈਂ ਜ਼ਰੂਰ ਮੋੜਾਂਗਾ ਜਦੋਂ ਗੁਰੂ ਬਣ ਗਿਆ ਮੈਂ। ਸੁਲਹੀ ਕਹਿਓ ਰਾਖ ਵਿਸ਼ਵਾਸਾ। ਸੁਲਹੀ ਖਾਨ ਕਹਿੰਦਾ ਮੇਰੇ ਤੇ ਭਰੋਸਾ ਰੱਖ, ਵਿਸ਼ਵਾਸ ਰੱਖਣਾ ਕਰ। ਦਿੱਲੀ ਚਲੇ ਪੁਰਬ ਤੁਮ ਆਸਾ। ਜਦੋਂ ਆਪਾਂ ਦਿੱਲੀ ਚੱਲ ਗਏ, ਬਾਦਸ਼ਾਹ ਕੋਲ ਤੇਰੀ ਜਾ ਕੇ ਪੁਕਾਰ ਕਰੂੰਗਾ, ਤੇਰੀ ਮੈਂ ਉੱਥੇ ਜਾ ਕੇ ਸਿਫਾਰਿਸ਼ ਕਰੂੰਗਾ ਤੇ ਤੇਰੀ ਗੁਰੂ ਬਣਨ ਦੀ ਇੱਛਾ ਪੂਰੀ ਹੋ ਜਾਵੇਗੀ। ਕਰ ਲੀਨਸ ਕਾਰਜ ਮੈਂ ਸਾਰੇ। ਮੈਂ ਹੁਣ ਸਾਰੇ ਕਾਰਜ ਆਪਣੇ ਇੱਥੋਂ ਦੇ ਇਲਾਕੇ ਦੇ ਕਰ ਲਏ ਨੇ ਜੋ ਮੈਂ ਕਰਨੇ ਸਨ। ਅਬੇ ਪ੍ਰਤੀਖਤ ਸਾਹਾ ਹਕਾਰੇ। ਹੁਣ ਮੈਂ ਉਡੀਕ ਇਹ ਕਰ ਰਿਹਾ ਕਿ ਕਿਹੜਾ ਵੇਲਾ ਹੋਵੇ ਮੈਨੂੰ ਬਾਦਸ਼ਾਹ ਵੱਲੋਂ ਹੁਕਮ ਆ ਜਾਵੇ, ਚਿੱਠੀ ਪੱਤਰ ਵੀ ਆ ਜਾ ਸੁਲਹੀ ਖਾਨ ਮੇਰੇ ਕੋਲ। ਇਹ ਮੈਂ ਉਡੀਕ ਕਰ ਰਿਹਾ ਹਾਂ। ਆਵੇ ਖਤ ਕਸ ਥੋਰਨ ਦਿਨ ਮੈਂ। ਤੇ ਇਹ ਮੈਨੂੰ ਉਮੀਦ ਹੈ ਵੀ ਥੋੜੇ ਦਿਨਾਂ ਵਿੱਚ ਹੀ ਹੁਣ ਚਿੱਠੀ ਆਉਣ ਵਾਲੀ ਹੈ ਬਸ। ਤੂਰਨ ਚਲੇ ਆਨੰਦ ਕਰ ਮਨ ਮੈਂ। ਤੇ ਆਪਾਂ ਜਦੋਂ ਚਿੱਠੀ ਆ ਗਈ ਛੇਤੀ ਨਾਲ ਹੀ ਆਨੰਦ ਸਹਿਤ ਖੁਸ਼ੀ ਨਾਲ ਜਾਵਾਂਗੇ। ਇਸ ਪ੍ਰਕਾਰ ਦੇ ਧੀਰਜ ਰਾਖੇ। ਇਵੇਂ ਧੀਰਜ ਹੌਸਲਾ ਦੇ ਕੇ ਬਾਬੇ ਪ੍ਰਿਥੀ ਚੰਦ ਨੂੰ ਰੱਖਦਾ, ਹੌਸਲਾ ਕਰ। ਦੇਤ ਦਰਬ ਅਰ ਮਾਧੁਰ ਭਾਖੇ। ਇਵੇਂ ਧਨ ਕੁਝ ਦਿੰਦਾ ਹੈ ਕੋਲੋਂ ਤੇ ਮਿੱਠੇ ਬੋਲ ਬੋਲਦਾ ਹੈ। ਕੇਤਕ ਦਿਨ ਪੁਨ ਜਬੇ ਬਿਤਾਏ। ਕੁਝ ਦਿਨ ਜਦੋਂ ਸਾਧ ਸੰਗ ਜੀ ਬਤੀਤ ਹੋ ਗਏ, ਪ੍ਰਿਥੀਏ ਮਹਿਤ ਰਹਿਤ ਮੁਕ ਲਾਏ। ਬਾਬੇ ਪ੍ਰਿਥੀ ਚੰਦ ਦਾ ਮੁਖ ਤੇ ਨਾ ਜਿਹੜਾ ਹੈ ਕੁਮਲਾਇਆ ਪਿਆ ਹੋਇਆ ਹੈ। ਸੁਲਹੀ ਨੇ ਜੋ ਦੂਤ ਪਠਾਇਓ। ਤੇ ਸੁਲਹੀ ਖਾਨ ਨੇ ਦੂਤ ਜਿਹੜਾ ਹੈ ਆਪਣੇ ਵਿਅਕਤੀ ਭੇਜੇ, ਮਨੁੱਖ ਦੋ ਦੂਤਾਂ ਦੇ ਰੂਪ ਦੇ ਵਿੱਚ। ਕਿਤਨੇ ਮੈਂ ਚਲ ਸੋ ਤਹਿ ਆਇਓ। ਉਹ ਚੱਲ ਕਰਕੇ ਆ ਗਏ ਹਨ ਇਹਦੇ ਪਾਸ। ਜਹਾਂਗੀਰ ਭੇਜਾ ਪਰਵਾਨਾ। ਜਹਾਂਗੀਰ ਬਾਦਸ਼ਾਹ ਨੇ ਪਰਵਾਨਾ ਹੁਕਮ ਭੇਜਿਆ ਹੈ। ਜੋ ਪੈਸਾ ਉਗਰਾ ਮਹਾਨਾ। ਜੋ ਪੈਸਾ ਧਨ ਹੈ ਉਗਰਾ ਲੈਣਾ ਕੀਤਾ, ਜਿਹੜਾ ਇਕੱਠਾ ਕੀਤਾ ਹਾਲਾ ਟੈਕਸ। ਸੋਲੇ ਕਰ ਆਵੋ ਮੁਝ ਔਰਾ। ਸੁਲਹੀ ਖਾਨ ਨੂੰ ਕਿਹਾ ਤੂੰ ਮੇਰੇ ਕੋਲ ਲੈ ਕੇ ਆ ਜਾ। ਖਤ ਦੇਖਤ ਨ ਰਹੋ ਥਿਤ ਥੋਰਾ। ਚਿੱਠੀ ਪੜਨ ਤੋਂ ਬਾਅਦ ਇੱਥੇ ਬਹੁਤਾ ਚਿਰ ਟਿਕਣ ਦੀ ਲੋੜ ਨਹੀਂ, ਛੇਤੀ ਆ ਜਾ ਹੁਣ। ਸੁਣ ਸੁਲਹੀ ਕਰ ਹਰਖ ਵਿਸਾਲਾ। ਸੁਲਹੀ ਖਾਨ ਬੜਾ ਖੁਸ਼ ਹੋਇਆ ਏ। ਸੌ ਸਕੇਲ ਲਿਤ ਤਤਕਾਲਾ। ਉਸੇ ਵੇਲੇ ਜਿਹੜਾ ਸਾਜੋ ਸਮਾਨ ਸੀ ਇਕੱਠਾ ਕਰ ਲਿਆ ਹੈ। ਆਪਣੀ ਸਭ ਤਿਆਰੀ ਕਰਵਾਏ। ਆਪਣੀ ਸਾਰੀ ਤਿਆਰੀ ਕਰ ਲਈ ਦਿੱਲੀ ਜਾਣ ਦੀ। ਦਰਬਦਕ ਹੀ ਸੰਗ ਦਿਲਸਾਏ। ਜਿਹੜਾ ਧਨ ਇਕੱਠਾ ਕੀਤਾ ਔਰ ਖਰਚੇ ਵਾਸਤੇ ਸਾਰਾ ਧਨ ਨਾਲ ਲੈ ਲਿਆ। ਬਲੀ ਤੁਰੰਗ ਮਤੰਗਨ ਲੀਨ। ਬਹੁਤ ਤਾਕਤਵਰ ਸੁੰਦਰ ਸੋਹਣੇ ਘੋੜੇ ਲੈ ਲਏ ਨੇ। ਵਸਤਰ ਬੇਭੁਖਨ ਸੁੰਦਰ ਕੀਨਸ। ਸੋਹਣੇ ਬਸਤਰ ਗਹਿਣੇ ਆਦਿ ਇਕੱਠੇ ਕਰ ਲਏ ਨੇ। ਨਜ਼ਰ ਦੇਨ ਵਸਤੂ ਬਹੁ ਮੋਲਾ। ਬਹੁਤ ਜ਼ਿਆਦੇ ਨਜ਼ਰਾਨੇ ਭੇਟਾ ਕਰਨ ਨੂੰ ਬਾਦਸ਼ਾਹ ਨੂੰ
ਇਹ ਵੀ ਕੋਲ ਇਕੱਠੇ ਕਰ ਲਏ ਨੇ ਕੀਮਤੀ। ਸੰਚਨ ਕਰੀ ਦੇਸ ਢੰਡੋਲਾ, ਤੇ ਜਿਹੜੇ ਨਾਲ ਦੇ ਸੰਗੀ ਸਾਥੀ ਸਨ, ਸੰਚਨ ਕਰੀ ਦੇਸ਼ ਢੰਡੋਲਾ। ਵਾਹਿਗੁਰੂ ਇੱਥੇ ਜਿਹੜੀ ਆਪਣੇ ਇਲਾਕੇ ਵਿੱਚੋਂ ਜਿਹੜੀਆਂ ਵਸਤੂਆਂ ਇਕੱਠੀਆਂ ਕੀਤੀਆਂ ਚੰਗੀਆਂ ਚੰਗੀਆਂ, ਸੁਣ ਪ੍ਰਿਥੀਆ ਨਿਜ ਅੰਗ ਨਾ ਮਾਵਤ। ਤੇ ਬਾਬਾ ਪ੍ਰਿਥੀ ਚੰਦ ਸੁਣ ਕੇ ਇਹ ਖਬਰ ਵੀ ਹੁਣ ਸਾਡੀ ਤਿਆਰੀ ਹੈ ਬਸ ਦਿਹਾੜੀ ਡੰਗ ਨੂੰ, ਸੁਣ ਕਰਕੇ ਅੰਗਾਂ ਦੇ ਵਿੱਚ ਨਹੀਂ ਸਮਾਉਂਦਾ, ਇੰਨੀ ਚਾਹ ਖੁਸ਼ੀ ਚੜ੍ਹ ਗਈ ਹੈ। ਭਰਿਓ ਹਰਖ ਹੰਕਾਰ ਵਧਾਵਤ, ਜਿੱਥੇ ਖੁਸ਼ੀ ਆਈ ਉੱਥੇ ਹੰਕਾਰ ਬਹੁਤਾ ਵੱਧ ਗਿਆ। ਖੁਸ਼ੀ ਆਵੇ ਕਦੇ ਹੰਕਾਰ ਨਾ ਮਨ ਵਿੱਚ ਲਿਆਇਆ ਕਰੀਏ। ਇਹਦਾ ਪਤਾ ਨਹੀਂ ਕਿਹੜੇ ਵੇਲੇ ਖੁਸ਼ੀਆਂ ਦੁੱਖ ਵਿੱਚ ਬਦਲ ਜਾਂਦੀਆਂ, ਦੁੱਖ ਕਿਹੜੇ ਵੇਲੇ ਸੁੱਖਾਂ ਵਿੱਚ ਬਦਲ ਜਾਂਦੇ ਹਨ। ਮਹਾਰਾਜ ਤੇ ਭਰੋਸਾ ਔਰ ਉਹਦੇ ਭਾਣੇ ਵਿੱਚ ਹਮੇਸ਼ਾ ਰਹਿਣਾ ਸਿੱਖ ਨੇ। ਜਿੱਥੇ ਖੁਸ਼ੀ ਦੀ ਚਿੰਨ੍ਹ ਥੋੜ੍ਹੀ ਲੱਗੀ ਉੱਥੇ ਹੰਕਾਰ ਬਹੁਤਾ ਮਨ ਵਿੱਚ ਬੋਲ ਰਿਹਾ ਹੈ। ਸਰਬ ਪ੍ਰਕਾਰ ਕੀਨ ਨਿਜ ਤਿਆਰੀ, ਆਪ ਵੀ ਸਾਰੀ ਤਿਆਰੀ ਕਰ ਲੈਣੀ ਕੀਤੀ ਹੈ। ਸੇਵਕ ਸਿੱਖ ਬ੍ਰਿੰਦ ਸੰਘਾਰੀ, ਨਾਲ ਕੁਝ ਸੇਵਕ ਲੈ ਲਏ ਹਨ, ਸਿੱਖ ਇਕੱਠੇ ਕਰ ਲਏ ਆਪਣੇ। ਬਹੁ ਮੋਲੇ ਬਸਤਰਨ ਬਨਾਵਸ, ਬਹੁਤੇ ਮੁੱਲ ਵਾਲੇ ਬਸਤਰ ਕੱਪੜੇ ਤਿਆਰ ਕਰਵਾ ਲਏ। ਮਿਲਣ ਸਾ ਕੀ ਹਿਤ ਬੇਸ ਸਜਾਇਸ, ਕਾਹਦੇ ਵਾਸਤੇ? ਬਾਦਸ਼ਾਹ ਨੂੰ ਮਿਲਣਾ, ਉੱਥੇ ਪ੍ਰਭਾਵ ਚੰਗਾ ਪਵੇ ਵੀ ਵਾਕਿਆ ਗੁਰੂ ਤੇ ਇਹੋ ਹੀ ਹੈ, ਬੜਾ ਵੱਡਾ ਚੋਲਾ ਵਧੀਆ ਪਾਇਆ ਏ, ਨਾਲ ਸਿੱਖ ਵੀ ਹੈਗੇ ਨੇ। ਇਵੇਂ ਨਾਲ ਇਕੱਠੇ ਕਰ ਲਏ ਸੇਵਾਦਾਰ। ਚੜ ਸੁਲੀ ਸੋ ਪ੍ਰਿਥੀਆ ਮਿਲਿਓ, ਸੋ ਪ੍ਰਿਥੀ ਚੰਦ ਤੇ ਸੁਲਹੀ ਖਾਨ ਦੋਵੇਂ ਮਿਲੇ ਹਨ, ਤਿਆਰੀ ਕਰ ਲਈ ਜਾਣ ਦੀ। ਦਿੱਲੀ ਸੁਮੁਖ ਪੰਥ ਕੋ ਚਲਿਓ, ਤਿਆਰੀ ਕਰਕੇ ਦਿੱਲੀ ਦਾ ਰਸਤਾ ਫੜ ਲਿਆ ਹੈ, ਭਾਵ ਰਸਤੇ ਪੈ ਗਏ ਜਾਣ ਵਾਸਤੇ। ਸਭ ਪਰਿਵਾਰ ਹੈਰੀ ਰਹਿਓ, ਸਾਰਾ ਪਰਿਵਾਰ ਦੇਖ ਰਿਹਾ ਹੈ ਔਰ ਵੇ ਕਿੱਥੇ ਬੈਠੇ ਨੇ? ਹੇਹਰ ਨਗਰ ਵਿੱਚ। ਗੁਰਤਾ ਲੈ ਚੌ ਚਿਤ ਚਹਿਓ, ਇਹੋ ਹੀ ਸਾਰਿਆਂ ਨੂੰ ਝੂਠਾ ਦਿਲਾਸਾ ਚਾਅ ਚੜਿਆ ਹੋਇਆ, ਹੁਣ ਤੇ ਗੁਰੂ ਬਣੇ ਹੀ ਲਓ, ਗੁਰੂ ਬਣੇ ਹੀ ਲਓ। ਹੁਣ ਗੁਰੂ ਬਣ ਕੇ ਹੀ ਬਾਬਾ ਪ੍ਰਿਥੀਆ ਦਿੱਲੀ ਤੋਂ ਆਵੇਗਾ। ਬਹੁ ਉਤਸਾਹ ਕਰਤ ਸੁਖ ਪਾਈ, ਬੜਾ ਉਤਸ਼ਾਹ ਦੇ ਸੁਖੀ ਹੋ ਗਏ ਸਾਰੇ। ਜਨ ਗੁਰਤਾ ਲੀਨਸ ਵਡਿਆਈ, ਜਿਵੇਂ ਗੁਰਤਾ ਗੱਦੀ ਮਿਲ ਗਈ ਹੋਵੇ ਇੰਨਾ ਚਾਅ ਚੜ ਗਿਆ ਹੈ। ਸੁਲਹੀ ਪ੍ਰਿਥੀਆ ਮਾਰਗ ਪਰੇ, ਬਾਬਾ ਪ੍ਰਿਥੀ ਚੰਦ ਤੇ ਸੁਲਹੀ ਖਾਨ ਦਿੱਲੀ ਦੇ ਰਸਤੇ ਚੱਲ ਪਏ ਨੇ। ਲੋਕ ਹਜ਼ਾਰੋ ਸੰਗੀ ਕਰੇ, ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਥੀ ਲੈ ਲੈ, ਕਿਉਂਕਿ ਸੁਲਹੀ ਖਾਨ ਆਪਣੇ ਸਿਪਾਹੀਆਂ ਨੂੰ ਸਾਥੀਆਂ ਨੂੰ ਨਾਲ ਲੈ ਗਿਆ ਤੇ ਬਾਬਾ ਪ੍ਰਿਥੀ ਚੰਦ ਵੀ ਨਾਲ ਆਪਣੀ ਜਿਹੜੀ ਖੋਟੀ ਸੰਗਤ ਹੈ, ਕੋਈ 2 4 50 100 ਹੋਵਣਗੇ, ਇਹ ਵੀ ਨਾਲ ਲੈ ਲਏ ਹਨ। ਮੰਜ਼ਿਲ ਕਰਤ ਮਾਰਗ ਲਗਾਏ, ਰਸਤਾ ਤੈਅ ਕਰਦੇ ਹੋਏ, ਮੰਜ਼ਿਲਾਂ ਤੈਅ ਕਰਦੇ ਹੋਏ ਜਾ ਰਹੇ ਰਸਤੇ ਪਰ। ਦਿੱਲੀ ਨਗਰ ਜਾਏ ਨਿਕਟਾਏ, ਜਦੋਂ ਦਿੱਲੀ ਨਗਰ ਕੋਲ ਆ ਗਿਆ ਨੇੜੇ, ਡੇਰਾ ਕਰਿਓ ਆਪਣੇ ਥਾਨਾ, ਡੇਰਾ ਕੀਤਾ ਹੈ ਇੱਕ ਜਗ੍ਹਾ ਦੇਖ ਕੇ ਆਪਣਾ। ਪ੍ਰਿਥਿਓ ਉਤਰਿਓ ਢਿਗ ਹਿਤ ਠਾਨਾ, ਤੇ ਪ੍ਰਿਥੀਆ ਜਿਹੜਾ ਹੈ ਇਹ ਕੋਲ ਹੋ ਕੇ ਉਤਰਿਆ ਹੈ। ਦਿਵਸ ਆਗਲੇ ਹਜ਼ਰਤ ਪਾਸ, ਸੁਲਹੀ ਖਾਨ ਨੇ ਅਗਲੇ ਦਿਨ ਮਿਲਿਓ ਜਾਏ ਲੇਕਰ ਧਨ ਰਾਸ, ਇਹ ਅਗਲੇ ਦਿਨ ਮਿਲਣ ਵਾਸਤੇ ਧਨ ਜਿਹੜਾ ਇਕੱਠਾ ਕੀਤਾ ਸਾਰਾ ਨਾਲ ਲੈ ਕੇ ਜਾਣ ਨੂੰ। ਦੀਨਸ ਨਜ਼ਰ ਤੁਰੰਗ ਮਤੰਗੇ, ਬਹੁਤ ਜ਼ਿਆਦੇ ਘੋੜੇ ਬੜੇ ਸੋਹਣੇ ਮਸਤੇ ਹੋਏ, ਤਾਕਤਵਰ, ਚੰਗੀ ਨਸਲ ਦੇ ਤੇ ਬਹੁਤਾ ਧਨ। ਸੁੰਦਰ ਅਪਰਵਸਤ ਦਈ ਸੰਘੇ, ਹੋਰ ਵੀ ਅਨੇਕਾਂ ਵਸਤੂਆਂ ਦਿੱਤੀਆਂ ਹਨ ਬਾਦਸ਼ਾਹ ਨੂੰ ਸੁਲਹੀ ਖਾਨ ਨੇ। ਕੀਨੋ ਸਾਹ ਪ੍ਰਸੰਨ ਬਿਸਾਲਾ, ਬਾਦਸ਼ਾਹ ਨੂੰ ਪ੍ਰਸੰਨ ਕਰ ਦਿੱਤਾ, ਦੇਖ ਮੈਂ ਕਿੰਨੇ ਤੇਰੇ ਟੈਕਸ ਇਕੱਠੇ ਕੀਤੇ, ਕਿੰਨਾ ਪੈਸਾ ਮੈਂ ਜੋੜ ਕੇ ਲਿਆਂਦਾ ਹੈ। ਭੇਟ ਦਿਖਾਵਤ ਭਾਜ ਸਕਾਲਾ, ਜਦੋਂ ਇਹ ਭੇਟਾਵਾਂ ਦਿਖਾ ਰਿਹਾ ਸੀ ਸੁਲਹੀ ਖਾਨ, ਦਿਵਸ ਦੂਸਰੇ ਮਿਲਿਓ ਜੋ ਫੇਰੀ, ਜਦੋਂ ਅਗਲੇ ਦਿਨ ਮਿਲਿਆ ਹੈ ਇਹ ਬਾਦਸ਼ਾਹ ਨੂੰ, ਕਰੀ ਸਿਫਾਰਸ਼ ਪ੍ਰਿਥੀਏ ਕੇਰੀ, ਤੇ ਪ੍ਰਿਥੀ ਚੰਦ ਦੀ ਸਿਫਾਰਿਸ਼ ਕੀਤੀ ਹੈ, ਭਾਵ ਉਹ ਗੱਲ ਛੇੜ ਲਈ ਹੈ। ਸਤਿਗੁਰੂ ਰਾਮਦਾਸ ਕੋ ਨੰਦਨ, ਕਿਆ ਗੁਰੂ ਰਾਮਦਾਸ ਸਾਹਿਬ ਦਾ ਸੁਪੁੱਤਰ, ਬੜੋ ਜੋ ਲੋਕ ਕਰੇ ਬਹੁ ਬੰਧਨ, ਜਿਹੜਾ ਵੱਡਾ ਹੈ ਜਿਹਨੂੰ ਬਹੁਤ ਲੋਕ ਨਮਸਕਾਰਾਂ ਕਰਦੇ ਨੇ, ਸੋ ਮਿਲਬੇ ਕੋ ਚਲ ਕਰ ਆਇਓ, ਉਹ ਮਿਲਣ ਵਾਸਤੇ ਚੱਲ ਕੇ ਆਇਆ ਹੈ। ਬਾਦਸ਼ਾਹ ਸਲਾਮਤ ਤੁਹਾਨੂੰ। ਜਹਾਂਗੀਰ ਨੇ ਸੁਨਤ ਬੁਲਾਇਓ, ਬਾਦਸ਼ਾਹ ਨੇ ਉਸੇ ਵੇਲੇ ਗੁਰੂ ਸੁਪੁੱਤਰ ਜਾਣ ਕੇ ਅਦਬ ਰੱਖਦਿਆਂ ਹੋਇਆਂ ਬੁਲਾ ਲਿਆ। ਸ੍ਰੀ ਨਾਨਕ ਕੋ ਘਰ ਬੜ ਉੱਚਾ, ਇਹ ਕਹਿੰਦਾ ਗੁਰੂ ਨਾਨਕ ਸਾਹਿਬ ਦਾ ਘਰ ਬੜਾ ਉੱਚਾ ਹੈ ਜੀ, ਜਿਸ ਕੀ ਸੰਸਰ ਕੋ ਨਾ ਪਹੁੰਚਾ, ਜਿਸ ਦੇ ਬਰਾਬਰ ਕੋਈ ਦੁਨੀਆ ਵਿੱਚ ਦੂਜਾ ਤਖਤ ਨਹੀਂ, ਕੋਈ ਗੱਦੀ ਨਹੀਂ ਹੈ। ਭਏ ਦੀਨ ਜੋ ਬੜੇ ਹਮਾਰੇ, ਸੋ ਜਿਹੜੇ ਸਾਡੇ ਵੱਡੇ ਹੋਏ ਨੇ ਬਾਦਸ਼ਾਹ, ਉਹ ਜੋ ਹੋਏ ਹਨ ਬਾਬਰ, ਅਕਬਰ ਤੇ ਹਮਾਯੂ,
ਕਰ ਨਿਜ ਮਿਹਰ ਕਾਜ ਗਨ ਸਾਰੇ। ਉਹਨਾਂ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਵੱਡੇ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਸਾਡੇ ਕਾਰਜ ਸਵਾਰ ਦਿੱਤੇ। ਗਇਓ ਪਦਰ ਮਮ ਗੋਂਦਵਾਲ, ਮੇਰਾ ਪਿਤਾ ਗੋਂਦਵਾਲ ਸਾਹਿਬ ਦੀ ਧਰਤੀ ਤੇ ਗਿਆ। ਸ੍ਰੀ ਗੁਰੂ ਅਮਰ ਉਤੇ ਤਿਸ ਕਾਲ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਤਖਤ ਪਰ ਬਿਰਾਜਮਾਨ ਸਨ। ਮਿਲ ਕੇ ਤਿਨਹੁ ਬੰਦਗੀ ਕੀਨ, ਮੇਲ ਕਰਕੇ ਨਮਸਕਾਰ ਕੀਤੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ। ਕੇਤਕ ਭੂਮ ਉਪਾਇਨ ਦੀਨ, ਨਮਸਕਾਰ ਕੀਤੀ, ਭੇਟਾ ਅਰਪਣ ਕੀਤੀ ਔਰ ਕੁਝ ਭੂਮੀ ਭਾਵ ਜ਼ਮੀਨ ਜਿਹੜੀ ਹੈ ਉਹ ਭੇਟਾ ਵਜੋਂ ਦਿੱਤੀ। ਜਿਹੜੀ ਸਾਧ ਸੰਗਤ ਜੀ ਭੇਟਾ ਗੁਰੂ ਸਾਹਿਬ ਜੀ ਨੂੰ ਦੇਣਾ ਚਾਹੁੰਦਾ ਸੀ, ਅਕਬਰ ਮਹਾਰਾਜ ਨੇ ਲਈ ਨਹੀਂ। ਇਹ ਗੁਰੂ ਨਾਨਕ ਦਾ ਦਰ ਘਰ ਹੈ, ਗੁਰੂ ਬਾਬੇ ਦਾ ਲੰਗਰ ਉਹ ਆਪ ਹੀ ਚਲਾਉਣਗੇ, ਸਾਨੂੰ ਕਾਹਦੀ ਫਿਕਰ ਹੈ। ਔਰ ਬਾਦਸ਼ਾਹਾਂ ਦੇ ਖਜ਼ਾਨੇ ਵਿੱਚੋਂ ਲੰਗਰ ਨਹੀਂ ਚੱਲਣੇ ਇਹ। ਪਰ ਫੇਰ ਵੀ ਉਹਦੀ ਪ੍ਰੇਮ ਦੀ ਭਾਵਨਾ ਕਹਿ ਲਓ, ਉਹਨੇ ਸਤਿਗੁਰੂ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਮ ਪਟਾ ਲਿਖ ਦਿੱਤਾ, ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਇਹ ਨਗਰ ਹੈ ਔਰ ਆਸ-ਪਾਸ ਦੇ ਪਿੰਡ ਸਾਰੀ ਇਹ ਭੇਟਾ ਵਜੋਂ ਜ਼ਮੀਨ ਦਿੱਤੀ। ਅਲਪ ਆਰਬਲ ਹੋਤੀ ਹਮਾਰੀ, ਇਹ ਬਾਦਸ਼ਾਹ ਜਹਾਂਗੀਰ ਕਹਿੰਦਾ ਉਸ ਵੇਲੇ ਮੇਰੀ ਉਮਰ ਬੜੀ ਛੋਟੀ ਸੀ। ਮੁਲਾਕਾਤ ਸੋ ਯਾਦ ਨਿਹਾਰੀ, ਮੈਨੂੰ ਉਹ ਮੁਲਾਕਾਤ ਜਿਹੜੀ ਗੁਰੂ ਸਾਹਿਬ ਨਾਲ ਹੋਈ ਹੈ ਨਾ ਉਸ ਵੇਲੇ ਮੇਰੇ ਪਿਓ ਦੀ, ਅਕਬਰ ਬਾਦਸ਼ਾਹ ਦੀ, ਉਹ ਮੈਨੂੰ ਅਜੇ ਯਾਦ ਹੈ, ਭਾਵ ਮੇਰੀ ਸਿਮਰਤੀ ਵਿੱਚ ਹੈ ਉਹ। ਇਤਿਆਤਕ ਜਸ ਸਤ ਗੁਰ ਕੇਰਾ, ਇਤਿਆਦਿਕ ਜਿਹੜਾ ਜਸ ਹੈ ਉਹ ਗੁਰੂ ਸਾਹਿਬ ਜੀ ਦਾ ਵਡਿਆਈ ਸਤ ਸੰਗਤ ਜੀ ਕੀਤੀ ਹੈ। ਜਹਾਂਗੀਰ ਨੇ ਕਹਿਸ ਬਤੇਰਾ, ਸੋ ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਦਾ ਜਸ ਇਹ ਸਾਧ ਸੰਗਤ ਜੀ ਬਹੁਤਾ